ਪੈਰੋਂ ਮਹੱਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਵਿੱਤਰ ਪਾਵਨ ਫੁਰਮਾਨ ਕਰਦੇ ਹਨ। ਕਾਰਨ ਕਾਰਨ ਸਮਰੱਥ ਗੁਰ ਮੇਰਾ। ਇਹ ਭਾਈ ਮੇਰਾ ਗੁਰੂ ਸਾਰੇ ਕਾਰਜਾਂ ਦੇ ਕਰਨ ਵਾਲਾ ਅਤੇ ਕਾਰਨ ਰੂਪ ਹੈ ਅਤੇ ਸਰਬ ਸ਼ਕਤੀਮਾਨ ਹੈ ਜਾਂ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਹੈ। ਜੀ ਪ੍ਰਾਨ ਸੁਖ ਦਾਤਾ ਨੇਰਾ। ਜੀਵ ਅਤੇ ਸਵਾਸਾਂ ਨੂੰ ਸੁਖ ਦੇਣ ਵਾਲਾ ਅਤੇ ਨੇਰਾ ਨਜ਼ਦੀਕ ਹੈ। ਅਸੀਂ ਇਹ ਨੇਰਾ ਨਿਰਣਾ ਕੀਤਾ ਹੈ ਕਿ ਮੇਰਾ ਗੁਰੂ ਹੀ ਸਭ ਦੇ ਪ੍ਰਾਣਾਂ ਦਾ ਆਸਰਾ ਰੂਪ ਅਤੇ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕਿ ਸਰਣੀ ਬਾਈਐ ਸਾਰੇ ਸੁਖਾਂ ਦਾ ਦਾਤਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧਿਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਹੈ। ਮੇਰੇ ਮਨ ਕਰਨ ਕਰਾਮਨ ਕਰਨੈ ਹਾਰ। ਸਾਰੇ ਕਾਰਜਾਂ ਨੂੰ ਕਰਨ ਵਾਲਾ ਹੈ। ਸਰਬ ਸ਼ਕਤੀਮਾਨ ਇੰਨੀ ਸ਼ਕਤੀ ਹੈ ਉਹਦੇ ਵਿੱਚ। ਬੰਦਾ ਤਾਂ ਅਕਸਰ ਬੰਦਾ ਬਲ ਵਾਲਾ ਹੈ। ਛੋਟੀ ਜੀ ਕੀੜੀ ਨਿੱਕੀ ਕੀਰੀ ਮਹਿ ਕਲ ਰੱਖੈ। ਆਪਦੀ ਸ਼ਕਤੀ ਛੋਟੀ ਜੀ ਕੀੜੀ ਵਿੱਚ ਉਹ ਰੱਖ ਦੇਵੇ ਤਾਂ ਭਸਮ ਕਰੈ ਲਸ਼ਕਰ ਕੋਟ ਲੱਖ ਹੈ। ਲੱਖਾਂ ਦੇ ਕਰੋੜਾਂ ਲਾਮ ਲਸ਼ਕਰ ਛੋਟੀ ਜੀ ਕੀੜੀ ਸਾੜ ਕੇ ਸਵਾਹ ਕਰ ਦੇਵੇਗੀ। ਕਹਿੰਦੇ ਹਾਥੀ ਦੀ ਸੁੰਡ ਤੇ ਲੜ ਜਾਏ ਤੇ ਹਾਥੀ ਨੂੰ ਵਕਤ ਪਾ ਦਿੰਦੀ ਹੈ। ਕਿੰਨੇ ਜ਼ਹਿਰੀਲੇ ਸੱਪ ਹੁੰਦੇ ਨੇ। ਲੋਕ ਕਿਤੇ ਮਰ ਜਾਣ ਉਹਨਾਂ ਨੂੰ ਮਿੱਟੀ 'ਚ ਦਬ ਦੇ ਵੀ ਕਿਤੇ ਕੀੜੀਆਂ ਨਾ ਲੱਗ ਜਾਣ। ਮਤਲਬ ਇਹੋ ਜਿਹੀ ਇਹ ਕੀੜੀ ਹੈ ਤੇ ਛੋਟੀ ਜਿਹੀ ਪਰ ਛੱਡਦੀ ਨਹੀਂ ਹੈ ਜਿਹਨੂੰ ਲੱਗ ਜਾਏ। ਇਹ ਪ੍ਰਭੂ ਦੀ ਸ਼ਕਤੀ ਹੋਈ ਤਾਂ ਹੈ। ਫੂਕ ਮਾਰੋ ਤੇ ਕਿੱਡੀ ਦੂਰ ਜਾਊਗੀ ਉੱਡ ਕੇ। ਤੇ ਮਣਾ ਮੂੰਹੀ ਭਾਰ ਧੋਈ ਫਿਰਦੀ ਹੈ। ਇਸ ਤਰ੍ਹਾਂ ਉਹ ਪਰਮਾਤਮਾ ਦੀ ਕੁਦਰਤ ਹੈ। ਜੋ ਮਰਜ਼ੀ ਉਹ ਕਰ ਸਕਦਾ ਹੈ। ਸਾਡੇ ਜੀਅ ਤੇ ਪ੍ਰਾਣਾਂ ਨੂੰ ਸੁੱਖ ਦੇਣ ਵਾਲਾ ਵੀ ਉਹੀ ਪਰਮਾਤਮਾ ਦੇ ਇੰਨਾ ਨਜ਼ਦੀਕ ਹੈ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ। ਹਾਜ਼ਰ ਹੈ ਨੇੜੇ ਤੋਂ ਨੇੜੇ ਪ੍ਰਗਟ ਹੈ। ਭੈ ਪੰਜਨ ਅਬਨਾਸੀ ਰਾਏ। ਗੁਰੂ ਜੀ ਡਰ ਦੇ ਨਾਸ਼ ਕਰਨ ਵਾਲੇ ਨਾਸ਼ ਤੋਂ ਰਹਿਤ ਪ੍ਰਕਾਸ਼ ਰੂਪ ਪ੍ਰਭੂ ਦਾ ਰੂਪ ਹਨ। ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁਖ ਬਿਨ ਸੇ ਸੁਖ ਪਾਇਆ। ਦਇਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ। ਦਰਸ਼ਨ ਦੇਖਿਆ ਸਭ ਦੁਖ ਜਾਏ। ਦਰਸ਼ਨ ਦੇਖ ਦੋਖ ਨਸੇ। ਮਹਾਰਾਜ ਦੇ ਦਰਸ਼ਨ ਦੇਖ ਕੇ ਸਾਰੇ ਦੁੱਖ ਦਲਿੱਦਰ ਚਲੇ ਜਾਂਦੇ ਨੇ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦ ਸ੍ਰੀ ਖਡੂਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਭਜਨ ਨਿਤਨੇਮ ਤੋਂ ਵਿਹਲੇ ਹੋ ਕੇ ਦਰਵਾਜ਼ਾ ਖੋਲ੍ਹਿਆ ਕਰਦੇ। ਕੋੜੀ ਰੋਗੀ ਉਹਨਾਂ ਦੇ ਦਰਵਾਜ਼ੇ ਅੱਗੇ ਲਾਈਨ ਲਾ ਕੇ ਬੈਠੇ ਹੁੰਦੇ। ਜਿਹਦੇ ਤੇ ਵੀ ਗੁਰੂ ਸਾਹਿਬ ਦੀ ਅੰਮ੍ਰਿਤ ਵੇਲੇ ਦੀ ਦ੍ਰਿਸ਼ਟੀ ਪੈ ਜਾਂਦੀ ਉਹਨਾਂ ਦੇ ਰੋਗ ਚੁੱਕੇ ਜਾਂਦੇ ਔਰ ਉਹ ਤੰਦਰੁਸਤ ਹੋ ਜਾਂਦੇ। ਕਈ ਅਨਭੋਲ ਹੀ ਇਹ ਪ੍ਰਚਾਰਕ ਗੱਲ ਕਰ ਦਿੰਦੇ ਨੇ ਕਿ ਗੁਰਦੁਆਰੇ ਆਉਣ ਦਾ ਕੀ ਫਾਇਦਾ ਜੀ ਆਹ ਨਹੀਂ ਕੀਤਾ। ਗੁਰੂ ਘਰ ਆਉਣ ਦਾ ਕੀ ਲਾਭ ਜੀ ਉਹ ਨਹੀਂ ਕੀਤਾ। ਮਤਲਬ ਕਹਿਣ ਦਾ ਵੀ ਇੱਥੇ ਆਉਣ ਦਾ ਲਾਭ ਹੀ ਲਾਭ ਹੈ। ਇਹ ਉਹਨਾਂ ਨੂੰ ਤਜਰਬਾ ਨਹੀਂ, ਉਹਨਾਂ ਨੂੰ ਪਤਾ ਨਹੀਂ ਹੈ। ਕਮਾਈ ਭਾਵੇਂ ਕਰੋ ਜਾਂ ਨਾ ਕਰੋ, ਦਰਸ਼ਨ ਕਰਨ ਦੇ ਨਾਲ ਹੀ ਪਟਾਂ ਦੀ ਇੰਨੀ ਸ਼ਰਧਾ ਹੈ। ਅਮੈ ਦ੍ਰਿਸ਼ਟ ਸੁਭ ਕਰੈ। ਗੁਰੂ ਜੀ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੈ ਜੋ ਮਾੜਿਆਂ ਤੋਂ ਚੰਗੀ ਬਣਾਉਂਦਾ ਹੈ। ਹਰੈ ਅਗ ਪਾਪ ਸਕਲ ਮਲ। ਸਾਰੇ ਪਾਪਾਂ ਦੀ ਮੈਲ ਨੂੰ ਨਾਸ਼ ਕਰ ਦਿੰਦਾ ਹੈ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭ ਹੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ। ਗੁਰ ਨਾਮ ਨਿਦ ਦਰਿਆਉ ਜਨਮ ਹਮ ਕਾਲਖਤ ਹੋਵੈ।
सो कहो टल गुर सेविय अहनिस सहज सुभाए। दर्शन परसिय गुरु के जन्म मरण दुख जाए। दर्शन करीदे ने अखां दे नाल ते जदों हत्थ थल्ले ला के मत्था टेकीदा समझ लो गुरु जी दे चरण परस रहे हैं। सब तो वड्डा दुख एक दुख राम राय काटो मेरा अगन दा है अर गर्भ बसेरा। जमन मरण दा दुख भी महाराज दे दर्शनां तो कटिया जांदा। तुसीं कित्थे तुरे फिरदे हो? शरधा होनी चाहिदी है। कमाई वालियां नूं तां किन्नियां बरकतां मिलदियां वो तां रब ही जानदा है। दर्शन देख के कोई दुख नहीं रहिंदा। श्री हर कृष्ण तिहाई है जिस डिठे सब दुख जाए। ਇਹਦੀ अर्थ ਤੁਸੀਂ ਦੱਸਿਓ ਕੀ मतलब है? ਉਹਦਾ मतलब कोई कमाई ਦਾ ਛੱਜੂ ਝੀਵਰ ਨੇ कोई कमाई थोड़ो ਕੀਤੀ ਸੀਗੀ। ਉਹਨੂੰ ਵਿਚਾਰੇ ਨੂੰ ਤਾਂ ਊੜਾ ਨਹੀਂ ਸੀ ਆਉਂਦਾ। ਉਹ ਕਿੱਥੇ ਜਪਜੀ ਸਾਹਿਬ ਪੜੂਗਾ? ਗੁਰਦੁਆਰੇ ਦਾ ਤਾਂ ਉਹਨੂੰ ਪਤਾ ਹੀ ਨਹੀਂ ਸੀਗਾ ਵੀ ਹੈ ਕਿੱਥੇ। ਸਿਰਫ ਆਪਦੇ ਢਿੱਡ ਨਾਲ मतलब ਸੀਗਾ ਲੋਕਾਂ ਦੇ ਘੜੇ ਪਾਣੀ ਨਾਲ ਭਰ ਕੇ ਰੋਟੀ ਖਾ ਲੈਣੀ। ਚੱਲ ਮੇਰੇ ਭਾਈ ਉਹ ਮਹਾਰਾਜ ਦੇ ਦਰਸ਼ਨ ਕਰਕੇ ਹੀ ਤਾਂ ਤੰਦਰੁਸਤ ਹੋਇਆ। ਵੇਖੋ ਗੂੰਗਾ ਤੇ ਬੋਲਾ ਸੀਗਾ ਉਹਨੂੰ ਮਹਾਰਾਜ ਨੇ ਬ੍ਰਹਮ ਗਿਆਨੀ ਬਣਾਤਾ। ਤੁਸੀਂ ਦੱਸੋ ਜੇ ਗੱਲ ਝੂਠ ਹੈ ਤਾਂ? ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਇੰਨੀ ਕਿਰਪਾ ਹੈ ਅੱਜ ਵੀ ਪੰਜੋਖਰਾ ਸਾਹਿਬ ਇਸੇ ਤਰ੍ਹਾਂ ਹੀ ਵਰਤਦੀ ਹੈ। ਉੱਥੇ ਅੱਜ ਵੀ ਗੂੰਗੇ ਬੋਲਦੇ ਨੇ ਅੜਿਲ ਸੁਨੇ ਗੁੰਗ ਜੋ ਯਾਹੇ ਸੋ ਰਸਨਾ ਬਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ। ਗੂੰਗੇ ਜਿਹੜੇ ਨੇ ਬੋਲਣ ਲੱਗ ਪੈਂਦੇ ਨੇ ਮੂਰਖਾਂ ਨੂੰ ਸਿਆਣਪ ਆ ਜਾਂਦੀ ਹੈ। ਜਿਹੜੀ ਸਾਡੀ ਪੜ੍ਹਾਈ ਹੈ ਇਹ ਪੜ੍ਹਨ ਨਾਲ ਨਹੀਂ ਆਉਂਦੀ। ਪੜ੍ਹਨਾ ਤਾਂ ਪੈਂਦਾ ਹੈ ਤੇ ਪਰ ਇਹ ਕਿਰਪਾ ਹੀ ਹੈ। ਸੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਹਦੇ ਤੇ ਕਰ ਦੇਣ ਉਹਨੂੰ ਆਪ ਦੀ ਸੇਵਾ ਦੇ ਵਿੱਚ ਲਾਉਂਦੇ ਹਨ। ਮਹਾਰਾਜ ਫਰਮਾਉਂਦੇ ਦਰਸ਼ਨ ਦੇਖਣ ਦੇ ਨਾਲ ਹੀ ਸਾਰੇ ਦੁੱਖ ਦਲਿੱਦਰ ਜੰਮਣ ਮਰਨ ਦੇ ਅਗਿਆਨ ਆਦਿਕ ਦੇ ਚਲੇ ਜਾਂਦੇ ਨੇ। ਇਸ ਲਈ ਬੇਨਤੀ ਹੈ ਵੀ ਗੁਰਦੁਆਰੇ ਜ਼ਰੂਰ ਆਇਆ ਕਰੋ ਔਰ ਆਪਦੇ ਬੱਚਿਆਂ ਨੂੰ ਵੀ ਨਾਲ ਲਿਆਇਆ ਕਰੋ। ਬੱਚਿਆਂ ਦੀ ਹੈਬਿਟ ਆਦਤ ਕਿਵੇਂ ਬਣੇਗੀ? ਸੋ ਜਿਹੜਾ ਅੰਮ੍ਰਿਤ ਵੇਲੇ ਉੱਠਣਾ ਹੀ ਸ਼ੁਰੂ ਹੋ ਗਿਆ ਇੰਨਾ ਹੀ ਬਹੁਤ ਹੈ। ਕੁਛ ਨਾ ਕੁਛ ਤਾਂ ਬੰਦਾ ਕਰੂਗਾ ਹੀ। ਗੁਰੂ ਘਰ ਆ ਕੇ ਕੋਈ ਨਾ ਕੋਈ ਚੰਗੀ ਗੱਲ ਪਏਗੀ, ਕੋਈ ਚੰਗੇ ਮੱਥੇ ਲੱਗਣਗੇ, ਸਤਿਗੁਰੂ ਦੀ ਕਿਰਪਾ ਹੋਏਗੀ। ਇਸ ਲਈ ਦਰਸ਼ਨ ਜ਼ਰੂਰੀ ਹਨ। ਜਾਤ ਗਦ ਪੇਖੋ ਤੇਰੀ ਸਰਣਾ। ਇਹ ਗੁਰੂ ਸੀ ਅਸੀਂ ਜਿੱਥੇ ਕਿੱਥੇ ਵੀ ਦੇਖਦੇ ਹਾਂ ਉੱਥੇ ਤੁਹਾਡੀ ਕੋਟ ਕਰਕੇ ਹੀ ਨਿਹਾਲ ਹੁੰਦੇ ਹਾਂ। ਬਲ ਬਲ ਜਾਈ ਸਤਿਗੁਰ ਚਰਣਾ। ਇਹ ਸਤਿਗੁਰੂ ਜੀ ਅਸੀਂ ਤੁਹਾਡੇ ਚਰਨਾਂ ਕਮਲਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ। ਬਲ ਹਾਰ ਜਾਣਾ ਆਪਦੇ ਬਲ ਨੂੰ, ਵਿਦਿਆ ਦਾ ਬਲ, ਸਰੀਰ ਦਾ ਬਲ, ਪੈਸੇ ਦਾ ਬਲ, ਇਹਦਾ ਮਤਲਬ ਹੈ ਬਲਿਹਾਰ ਕੁਰਬਾਨ ਸਭ ਕੁਛ ਹੀ। ਜਿਸ ਤਰ੍ਹਾਂ ਸਿਰ ਵਾਰ ਨਹੀਂ ਕਰਕੇ ਤੇ ਮੰਗਤਿਆਂ ਨੂੰ ਦੇਈਦੇ ਨੇ ਇੰਜ ਮਹਾਰਾਜ ਤੇਰੇ ਸਿਰ ਤੋਂ ਆਪਦਾ ਸੀ ਸਰੀਰ ਵਾਰਦੇ ਆ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਪੂਰਨ ਕਾਮ ਮਿਲੇ ਗੁਰਦੇਵਾ। ਗੁਰਦੇਵ ਪੂਜਨੀ ਗੁਰਾਂ ਦੇ ਨਾਲ ਮਿਲਣ ਕਰਕੇ ਵਿਵਹਾਰਕ ਅਤੇ ਪਰਮਾਰਥ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰਾਖੀ ਰਾਮ। ਸਭ ਫਲ ਦਾਤਾ ਨਿਰਮਲ ਸੇਵਾ। ਧਰਮ ਅਰਥ ਕਾਮ ਮੋਖ ਰੂਪ ਸਾਰੇ ਫਲਾਂ ਦਾ ਗੁਰੂ ਦਾਨੀ ਹੈ। ਉਸ ਦੀ ਟਹਿਲ ਹਿਰਦੇ ਨੂੰ ਉਜਲ ਕਰਨ ਵਾਲੀ ਹੈ। ਚਾਰ ਪਦਾਰਥ ਜੇਕੋ ਮੰਗ ਸਾਧ ਜਨਾ ਕੀ ਸੇਵਾ ਲੱਗੈ। जेको अपना दुख मिटावै हर हर नाम हृदय सदगावै। जेको अपनी शोभा लोरै साध सांगे हों मैं शोरै। जेको जन्म मरण ते डरै साध जना की सरनी परै। जिस जन को प्रभ दर्श प्यासा नानक ताकै बल बढ़ जासा। अज सोढ़ी सुल्तान पातशाह श्री गुरु रामदास जी का प्रकाश पुरब है।
ਜਿਨ੍ਹਾਂ ਦੀ ਹਜ਼ੂਰੀ ਵਿੱਚ 60 ਸਾਲ ਦਾ ਬਜ਼ੁਰਗ ਬਾਬਾ ਭਾਈ ਆਦਮ ਪਚੋਕੇ ਨਗਰ ਦਾ ਰਹਿਣ ਵਾਲਾ ਹਾਜ਼ਰ ਹੋਇਆ। ਮੰਗਿਆ ਕੁਛ ਨਹੀਂ, 6 ਮਹੀਨੇ ਲੰਗਰ ਦੀਆਂ ਲੱਕੜਾਂ ਦੀ ਸੇਵਾ ਕੀਤੀ। ਇੱਕ ਵਾਰ ਬਰਸਾਤ ਦੇ ਮੌਸਮ ਦੇ ਵਿੱਚ ਸੰਗਤਾਂ ਨੂੰ ਅੱਗ ਸਿਕਾਈ। ਸਰਦੀ ਸੀਗੀ, ਲੰਗਰ ਦੀਆਂ ਲੱਕੜਾਂ ਪੂਰੀਆਂ ਕੀਤੀਆਂ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਵਰ ਮੰਗਣ ਲਈ ਆਖਿਆ। ਸੰਕੋਚ ਕਰ ਗਿਆ। ਮਹਾਰਾਜ ਨੇ ਮੌਕਾ ਦਿੱਤਾ ਕਿ ਅਗਲੇ ਦਿਨ ਆਪਦੀ ਇਸਤਰੀ ਨੂੰ ਵੀ ਨਾਲ ਲੈ ਕੇ ਆਈ। ਉਹਨੇ ਬੇਨਤੀ ਕੀਤੀ, ਜੀ ਸਪੁੱਤਰ ਦੀ ਦਾਤ ਬਖਸ਼ੋ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਤੁਹਾਡੇ ਭਾਗਾਂ ਦੇ ਵਿੱਚ ਵਾਹਿਗੁਰੂ ਜੀ ਨੇ ਧੀ ਪੁੱਤਰ ਨਹੀਂ ਲਿਖਿਆ, ਪਰ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸੰਗਤਾਂ ਦੀ ਸੇਵਾ ਕਰਕੇ ਸਾਨੂੰ ਪ੍ਰਸੰਨ ਕਰ ਲਿਆ ਹੈ। ਸਾਡੇ ਘਰ 3 ਪੁੱਤਰ ਹੋ ਚੁੱਕੇ ਨੇ, ਚੌਥਾ ਆਉਣਾ ਸੀਗਾ। ਉਹ ਅਸੀਂ ਅਰਦਾਸ ਕਰਦੇ ਹਾਂ ਕਿ ਹੇ ਸੱਚੇ ਪਾਤਸ਼ਾਹ ਪਰਮਾਤਮਾ ਤੂੰ ਇਹਨਾਂ ਨੂੰ ਦੇ। ਅਸੀਂ ਆਪ ਦੀ ਭਗਤੀ ਦੀ ਅੰਸ਼ ਵਿੱਚੋਂ ਆਪ ਦਾ ਪੁੱਤਰ ਤੁਹਾਨੂੰ ਬਖਸ਼ਦੇ ਹਾਂ, ਔਰ ਉਹਦਾ ਨਾਮ ਰੱਖਣਾ ਭਾਈ ਭਗਤੂ, ਤੇ ਜੰਮਦਾ ਹੀ ਬ੍ਰਹਮ ਗਿਆਨੀ ਹੋਵੇਗਾ। ਤੇ ਹੁਣ ਤੁਸੀਂ ਜਾਓ, ਖੁਸ਼ੀ ਖੁਸ਼ੀ ਆਪਦੇ ਘਰ ਵਿੱਚ ਜਾ ਕੇ ਰਹੋ। ਸੱਚਮੁੱਚ ਬ੍ਰਹਮ ਗਿਆਨੀ ਭਾਈ ਭਗਤੂ ਜੀ ਉਹਨਾਂ ਦੇ ਘਰ ਅਵਤਾਰ ਧਾਰ ਕੇ ਆਏ, ਔਰ ਸਾਰੇ ਮਾਲਵੇ ਦੇ ਉਹ ਗੁਰੂ ਸੀਗੇ। ਸੰਗਤਾਂ ਨੂੰ ਗੁਰੂਆਂ ਦੇ ਚਰਨਾਂ ਨਾਲ ਜੋੜਦੇ ਰਹੇ। ਸ੍ਰੀ ਗੁਰੂ ਹਰਿ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਰਤਪੁਰ ਸਾਹਿਬ ਖੇਤੀਬਾੜੀ ਦਾ ਕਾਰਜ ਕਰਦੇ ਰਹੇ। ਕਾਫੀ ਚਿਰ, ਕਾਫੀ ਲੰਬਾ ਸਮਾਂ ਜਿਉਂਦੇ ਰਹੇ। ਫਿਰ ਉਹਨਾਂ ਦੇ ਸਪੁੱਤਰ ਭਾਈ ਗੌਰਾ ਤੇ ਭਾਈ ਭਗਤੂ ਵਾਹਿਗੁਰੂ ਭਾਈ ਜੀਵਨ ਜੀ ਗੁਰੂ ਘਰ ਦੇ ਸ਼ਰਧਾਲੂ ਪ੍ਰੇਮੀ ਹੋਏ। ਜੋ ਭਾਈ ਜੀਵਨ ਜੀ ਸਤਿਗੁਰੂ ਹਰਿ ਸਾਹਿਬ ਦੇ ਬਚਨ ਮੰਨ ਕੇ ਬ੍ਰਾਹਮਣ ਦਾ ਪੁੱਤਰ ਜਿਉਂਦਾ ਕਰਨ ਲਈ ਸਰੀਰ ਤਿਆਗ ਗਏ, ਤੇ ਭਾਈ ਗੌਰਾ ਜੀ ਨੇ ਗੁਰੂ ਹਰਿ ਸਾਹਿਬ ਜੀ ਨੂੰ ਪ੍ਰਸੰਨ ਕਰਨ ਲਈ ਤੁਰਕ ਫੌਜਾਂ ਦਾ ਮੁਕਾਬਲਾ ਕਰਕੇ ਸਤਿਗੁਰਾਂ ਦੇ ਮਹਿਲਾ ਮਾਤਾਵਾਂ ਨੂੰ ਛੁਡਾਇਆ, ਸੰਗਤਾਂ ਦੀ ਹਿਫਾਜ਼ਤ ਕੀਤੀ, ਜਾਨ ਤਲੀ ਤੇ ਰੱਖ ਕੇ ਤੁਰਕਾਂ ਨਾਲ ਯੁੱਧ ਕੀਤਾ। ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਜਿਹੜਾ ਚੌਰ ਬਰਦਾਰ ਮਾਰ ਦਿੱਤਾ ਸੀਗਾ ਤੇ 101 ਸ਼ਰਾਬ ਦਿੱਤੇ ਸੀ, ਉਹ ਮਹਾਰਾਜ ਨੇ ਇੱਕ ਇੱਕ ਕਰਕੇ ਬਖਸ਼ ਲਏ। ਇਸ ਤਰ੍ਹਾਂ ਜੋ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਂਦਾ ਹੈ ਉਹ ਨਿਹਾਲ ਹੋ ਜਾਂਦਾ ਹੈ। ਘਰ ਗਹਿ ਲੀਨੇ ਆਪਣੇ ਦਾਸ, ਸਤਿਗੁਰਾਂ ਨੇ ਆਪਦੇ ਸਦਾਸ ਸੇਵਕ ਹੱਥ ਤੋਂ ਪਕੜ ਕੇ ਸੰਸਾਰ ਸਮੁੰਦਰ ਤੋਂ ਬਾਹਰ ਕੱਢ ਲਏ ਹਨ। ਸੰਸਾਰ ਸਾਗਰ ਤੇ ਕੱਢਦੇ ਹਾਥੀ, ਐਸੀ ਕਿਰਪਾ ਹੋਈ। ਰਾਮ ਨਾਮ ਰਿਦ ਦਿਓ ਨਿਵਾਸ, ਪਰਮਾਤਮਾ ਦੇ ਨਾਮ ਦਾ ਉਹਨਾਂ ਦੇ ਹਿਰਦੇ ਅੰਦਰ ਵਾਸਾ ਕਰ ਦਿੱਤਾ ਹੈ। ਸਦਾ ਆਨੰਦ ਨਾਹੀ ਕਿਸ ਸੋਗ, ਉਹਨਾਂ ਨੂੰ ਹਮੇਸ਼ਾ ਹੀ ਆਨੰਦ ਬਣਿਆ ਰਹਿੰਦਾ ਹੈ ਅਤੇ ਕਦੇ ਵੀ ਕੁਝ ਕੰਮ ਨਹੀਂ ਹੁੰਦਾ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਦੁਖ ਦਰਦ ਨਹ ਵਿਆਪੈ ਰੋਗ, ਜੰਮਣ ਮਰਨ ਦਾ ਦੁੱਖ, ਅਵਿਦਿਆ ਦੀ ਪੀੜਾ ਤੇ ਹੰਕਾਰ ਆਦਿਕ ਦਾ ਰੋਗ ਉਹਨਾਂ ਨੂੰ ਕਦੀ ਵੀ ਨਹੀਂ ਲੱਗਦਾ ਹੈ। ਰੋਗ ਕਮਣ ਜਾਂ ਰੱਖੈ ਆਪ, ਜੇ ਆਪ ਹੀ ਮਹਾਰਾਜ ਨੇ ਰੱਖ ਲਿਆ ਫਿਰ ਕਾਹਦਾ ਰੋਗ ਲੱਗਣਾ ਹੈ। ਪ੍ਰਭ ਰੋਗ ਮਿਟਾਵੇ, ਸਭ ਰੋਗ ਮਿਟਾਵੇ, ਨਵਾਂ ਨਰੋਆ ਨਾਨਕ ਰੱਖਾ ਆਪੇ ਹੋਆ। ਰੋਗ ਮਿਟਾਏ ਜੀਵਾਲੀਅਨ, ਪ੍ਰਭ ਕਾ ਪ੍ਰਤਾਪ। ਇਉਂ ਮਹਾਰਾਜ ਦਾ ਇੰਨਾ ਤੇਜ ਪ੍ਰਤਾਪ ਹੈ ਕਿ ਸਾਰੇ ਹਉਮੈ ਦੀਰਘ ਰੋਗ, ਅਗਿਆਨ ਆਦਿਕ ਦੇ ਰੋਗ ਸਾਰਿਆਂ ਨੂੰ ਮੇੜ ਕੇ ਤੰਦਰੁਸਤੀ ਬਖਸ਼ਦਾ। ਹਰ ਕਾ ਨਾਮ ਧਿਆਈ ਕੈ, ਹੋ ਹਰਿਆ ਭਾਈ, ਕਰਮ ਲਖਨ ਦੇ ਪਾਈਐ ਰੁਤ ਸੁਹਾਈ। ਸੁਕੇ ਹਰੇ ਕੀਏ ਕਿਨ ਮਾਹੇ, ਕਾਟੇ ਕਸ਼ਟ ਪੂਰੇ ਗੁਰਦੇਵ। ਇਉਂ ਪੂਰੇ ਗੁਰੂਦੇਵ ਜੀ ਕਸ਼ਟਾਂ ਨੂੰ ਕੱਟ ਕੇ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਪਦਾ ਨਾਮ ਦੇ ਕੇ ਦੁੱਖਾਂ ਨੂੰ ਖਤਮ ਕਰ ਦਿੰਦੇ ਨੇ। ਸਭ ਕਿਛ ਤੇਰਾ ਤੂੰ ਕਰਨ ਹਾਰ, ਇਹ ਮਹਾਰਾਜ ਸਭ ਕੁਝ ਤੇਰਾ ਹੀ ਬਖਸ਼ਿਸ਼ ਕੀਤਾ ਹੋਇਆ ਹੈ ਤੇ ਤੂੰ ਆਪ ਹੀ
ਸਭ ਕੁਝ ਕਰਨ ਵਾਲਾ ਹੈ। ਪਾਰ ਬ੍ਰਹਮ ਗੁਰ ਅਗਮ ਅਪਾਰ। ਇਹ ਪੁੰਨਾਂ ਦੇ ਪਾਪਾਂ ਤੋਂ ਪਰੇ ਪਰਮਾਤਮਾ ਗੁਰ ਚੇਤਨ ਸਰੂਪ ਜਾਂ ਪਰਮਾਤਮਾ ਸਰੂਪ ਗੁਰੂ ਜੀ, ਤੁਸੀਂ ਮਨ ਕਰਕੇ ਗਮਤਾ ਤੋਂ ਰਹਿਤ ਅਤੇ ਪਾਰਾਵਾਰ ਤੋਂ ਰਹਿਤ ਹੋ। ਨਿਰਮਲ ਸੋਭਾ ਅਚਰਜ ਬਾਣੀ। ਇਹ ਮਹਾਰਾਜ ਆਪ ਦੀ ਸੋਭਾ ਵਡਿਆਈ ਉਜਲ ਹੈ ਤੇ ਬਾਣੀ ਮੇਂ ਵਿਸਮਾਦਤਾ ਵਾਲੀ ਹੈ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀਅ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰ ਹੈ ਜੰਤ। ਪਾਰ ਬ੍ਰਹਮ ਪੂਰਨ ਮਨ ਪਾਣੀ। ਇਹ ਪੂਰਨ ਪਾਰ ਬ੍ਰਹਮ ਪਰਮਾਤਮਾ ਤੁਹਾਡੇ ਮਨ ਹਿਰਦੇ ਵਿੱਚ ਚੰਗੀ ਲੱਗੀ ਹੈ, ਜੋ ਸਾਹਿਬਾਂ ਦੀ ਗੁਰੂ ਦੀ ਬਾਣੀ ਹੈ। ਜਲ ਥਲ ਮਹੀਲ ਰਵਿਆ ਸੋਏ। ਤੁਹਾਡੀ ਕੀਰਤੀ ਸਾਡੇ ਮਨ 'ਚ ਚੰਗੀ ਲੱਗਦੀ ਹੈ। ਇਹ ਸ਼ੋਭਾ ਦੇ ਮਾਲਕ ਪਰਮਾਤਮਾ, ਸੋ ਤੂੰ ਪਾਣੀ ਵਾਲੇ ਥਾਵਾਂ ਅਤੇ ਖੁਸ਼ਕ ਥਾਵਾਂ ਦੇ ਮਹੀਲ ਵਿੱਚ ਰਵਿਆ ਮਿਲ ਰਿਹਾ ਹੈ। ਨਾਨਕ ਸਭ ਕਿਛ ਪ੍ਰਭ ਤੇ ਹੋਏ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਪ੍ਰਭੂ, ਸਭ ਕੁਛ ਤੇਰੇ ਤੋਂ ਹੀ ਹੁੰਦਾ ਹੈ। ਭੈਰੋ ਮਹੱਲਾ ਪੰਜਵਾ। ਭੈਰੂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਗਲਾ ਸ਼ਬਦ ਉਚਾਰ ਰਹੇ ਹਨ। ਮਨ ਤਨ ਰਾਤਾ ਰਾਮ ਰੰਗ ਚਰਣੇ। ਜਿਸ ਮਨੁੱਖ ਦਾ ਮਨ ਹਿਰਦਾ ਅਤੇ ਤਨ ਸਰੀਰ ਰਾਮ ਪਰਮਾਤਮਾ ਦੇ ਰੰਗ ਪ੍ਰੇਮ ਅਤੇ ਚਰਨ ਕਮਲਾਂ ਦੇ ਵਿੱਚ ਰੰਗਿਆ ਗਿਆ ਹੈ। ਸਰਬ ਮਨੋਰਥ ਪੂਰਨ ਕਰਨੇ। ਪਰਮਾਤਮਾ ਨੇ ਉਹਦੇ ਸਾਰੇ ਮਨ ਦੇ ਜੋ ਫੁਰਨੇ ਸਨ ਉਹ ਪੂਰੇ ਕਰ ਦਿੱਤੇ ਹਨ। ਸੋ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਮਨ ਸੋਚਦਾ ਬਾਅਦ ਵਿੱਚ, ਪੂਰਾ ਮਹਾਰਾਜ ਫੁਰਨਾ ਪਹਿਲਾਂ ਕਰ ਦਿੰਦਾ ਹੈ। ਆਠ ਪਹਿਰ ਗਾਵਤ ਭਗਵੰਤ। ਅੱਠੇ ਪਹਿਰ ਇੱਕ ਤੇ ਲਿਵੈ ਮੰਨੇਨ ਹੁਕਮ ਅਪਾਰ। ਉਹ ਫਿਰ ਵਾਹਿਗੁਰੂ ਜੀ ਦਾ ਹੁਕਮ ਮੰਨ ਕੇ ਮਨੁੱਖ ਅੱਠੇ ਪਹਿਰ ਭਾਵ ਰਾਤ ਦਿਨ ਭਗਵੰਤ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਸਤਿਗੁਰ ਦੀਨੋ ਪੂਰਾ ਮੰਤ। ਜਿਸ ਮਨੁੱਖ ਨੂੰ ਸਤਿਗੁਰੂ ਨੇ ਪੂਰਨ ਮੰਤਰ ਉਪਦੇਸ਼ ਦੇਣਾ ਕੀਤਾ ਹੈ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਪੂਰਨ ਸਤਿਗੁਰਾਂ ਨੇ ਜਿਹਨੂੰ ਵਾਹਿਗੁਰੂ ਗੁਰ ਮੰਤਰ ਦੇਣਾ ਕੀਤਾ ਹੈ। ਸੋ ਵੱਡ ਭਾਗੀ ਜਿਸ ਨਾਮ ਪਿਆਰ। ਇਹ ਭਾਈ ਉਹ ਮਨੁੱਖ ਵੱਡੇ ਭਾਗਾਂ ਵਾਲਾ ਹੈ ਜਿਸ ਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਲੱਗਾ ਹੋਇਆ ਹੈ। ਬਾਕੀ ਸਭ ਕੁਛ ਪੈਸੇ ਨਾਲ ਖਰੀਦਿਆ ਜਾ ਸਕਦਾ ਹੈ, ਪਰ ਜਿਹੜਾ ਗੁਰੂ ਘਰ ਨਾਲ ਪਿਆਰ, ਬਾਣੀ ਦੇ ਨਿਤਨੇਮ ਨਾਲ ਪਿਆਰ, ਵਾਹਿਗੁਰੂ ਦੇ ਭਜਨ ਨਾਲ ਪਿਆਰ, ਇਹ ਪਰਮਾਤਮਾ ਹੀ ਬਖਸ਼ੇ ਤਾਂ ਹੀ ਲੱਗਦਾ ਹੈ। ਆਪੇ ਲਾਇਓ ਆਪਣਾ ਪਿਆਰ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੂ ਨਾ ਉਪਜੈ, ਸੋ ਤਨ ਜਾਣ ਮਸਾਨ। ਸੋ ਜਿਹਨੂੰ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਇਹ ਪਿਆਰ ਦੀ ਖੇਡ ਉਹਦੇ ਤੇ ਵਰਤਦੀ ਹੈ ਤੇ ਪਿਆਰ ਤੇ ਵਿਰਾਗ ਤੋਂ ਬਗੈਰ ਨਾਮ ਜਪਿਆ ਨਹੀਂ ਜਾਂਦਾ। ਤਿਸ ਕੈ ਸੰਗ ਤਰੈ ਸੰਸਾਰ। ਜਿਹਨੂੰ ਵਾਹਿਗੁਰੂ ਨੇ ਸਾਚ ਕਹੋ ਸੁਨ ਲਿਓ ਸਭੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਆਪ ਦਾ ਪ੍ਰੇਮ ਬਖਸ਼ ਕੇ ਨਾਮ ਜਪਾ ਕੇ ਪ੍ਰਕਾਸ਼ ਆਪ ਦੀ ਪ੍ਰਾਪਤੀ ਕਰਵਾ ਦਿੱਤੀ। ਉਹ ਮਨੁੱਖ ਸੋ ਉਹ ਜਿਹੜਾ ਵੀ ਉਹਦੇ ਨਾਲ ਜੁੜਦਾ ਉਹ ਆਪ ਦੇ
हर का नाम हृदय नित ध्याई, संगी साथी सगल तराई। संगियां साथियां नू सारे जगत नू भी तार दिंदा है, आप तरे तारे न सरेठा। तिसकी संगत करके सारा संसार तर जांदा। धन 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 जन आया, जिस प्रसाद सब जगत तराया। जन आमन का यह सुभाव, जन के संग चित आवे नाव। आप मुक्त मुक्त करे संसार, नानक तिस जन को सदा नमस्कार। रहाओ विश्राम देकर फरमान कर दे हन। सोई ज्ञानी जे सिमरै एक। भाई असल ज्ञानवान ज्ञानी जी ओही है जिहड़ा एक अद्विती परमात्मा नो सिमरदा है। भै काहू को देत न है। ज्ञानी दे की लक्षण ने? भै काहू को देत न है, नह भै मान ध्यान। कहो नानक सुन रे मना, ज्ञानी ताहि बखान। सो तनवंता जिस बुद्ध विवेक। असल ओही धन वाला पुरख है जिस दी बुद्ध, जिस दी मत विच स्वरूप दा ज्ञान है। बिब दो भाव जीव ते ईश दी एकता वाली, जिस दी आत्म शैणी बुद्ध है। अंतर अज्ञान हो बुद्ध है, सच शब्द मल खो हो। सो कुलवंता जे सिमरै स्वामी। हे भाई ओही पुरख श्रेष्ठ कुल वाला है जेड़ा के मालक परमात्मा नू सिमरदा है। जे हर छोडों तो कुल लागे गाल। भगतां दी कुल किहड़ी है? साध संगत ही। संतां महात्मा दी कुल ये संगत है। कहंदे जे मैं वाहिगुरु नाम छड्डांगा, जम्मिया ते दयंतां दी कुल सीगा प्रहलाद। दयंतां दी कुल नूं काहदी गाल लगनी है? साध संगत नूं गाल जाऊगी। कि संगत दा बंदा होवे ते किसी कोलों डर के वो वाहिगुरु कहना छड्ड देवे। नामदेव जी ने भी जद मां ने आखिया कि नामदेव छोड़ राम, की ना भजै खुदाए। तू राम तो की लेना, अपनी जान बचा, खुदा कह दे। कहंदा ठीक भावें माता, खुदा ते राम इको ही रब दे दो नाम ने, पर जबरदस्ती मैनू क्यों घुमाउंदे ने? मैं तो नहीं जुल्म किसी का मनदा, ई नहीं मनूंगा, धर्म नहीं छड्डूंगा। मेरा धर्म राम कहन नूं कहंदा। ना हो तेरा पुंगड़ा ना तू मेरी माए, पिंड पड़ा तो हर गुण गाए। तू धर्म तो मैनू थिड़काउंदी है, तू मेरी मां ही नहीं। ये जिहड़े धर्मी हुंदे ने वो किसी भी कीमत ते आपदा धर्म नहीं त्यागदे। ओही कुल वाला है जिहड़ा के मालक परमात्मा नू सिमरदा है। बाबे तारू सिंह ने खोपरा लवा लिया पर सिੱਖੀ नहीं त्यागी। साहिबजादे जकारे छड्डदे ही गए पर संगत जीओ धर्म नहीं त्यागिया। नामे पातशाह गुरु तेग बहादुर साहब जी बाबत कलगीधर दे बचन ने शीस दिया पर सिर न दिया। आपदा धर्म नहीं त्यागिया, सिदक नहीं छड्डिया, वाहिगुरु दा नाम नहीं छड्डिया। जपजी साहिब दा पाठ करके फिर आपदा शीस उतरवाया। भाई मनी सिंह ने सुखमनी साहिब दा पाठ करदियां कह के बंद बंद कटवाया। ये भगतां दी कुल है जो वाहिगुरु दा हर कीमत ते सिमरन करदी। जिन्ना खन्नी खन्नी रोटी ते गुजारा कीता पर तेरे पानी नूं मिठा मनदियां वाहिगुरु दा नाम नहीं छड्डिया, धर्म नहीं त्यागिया। रहरस दा पाठ करके यही अरदास की। मीर मन्नू दी जेल च सवा सवा मन दे पीस ने पीस के भी कहा तेरे भाणे अंदर सुख नाल दिन बतीत होया। आई रात्रि सुख नाल बतीत होवे। ये भगतां दी कुल है। सो पतवंता जे आप पछानी। ओही पुरख श्रेष्ठ इज्जत वाला है जिहड़ा शरीरां दा मोह छड्ड के अपनी आत्मा दी पहचान करदा है। गुर प्रसाद परम पद पाया। उस मनुख ने गुਰਾਂ ਦੀ ਕਿਰਪਾ ਦੁਆਰਾ ਵੱਡੀ ਕੇਵਲ ਮੋਖ ਰੂਪ ਪਦਵੀ ਨੂੰ ਪਾਇਆ ਹੈ। ਗੋਪਾਲ
ਪਰਮਾਤਮਾ ਦੇ ਗੁਣਾਂ ਨੂੰ ਧਿਆ ਕਰ ਬੇਨਤੀ ਕਰਕੇ ਧਿਆਇਆ ਅਰਾਧਨਾ ਕੀਤਾ ਹੈ। ਟੂਟੇ ਬੰਧਨ ਪੂਰਨ ਆਸਾ, ਸੋ ਉਸ ਮਨੁੱਖ ਦੇ ਕਰਤਾ ਭੋਗਤਾ ਜੁਗ ਦੇ ਜਿਹੜੇ ਬੰਧਨ ਨੇ ਉਹ ਟੁੱਟ ਗਏ ਹਨ ਅਤੇ ਸਾਰੀ ਇੱਛਾ ਵੀ ਉਸਦੀ ਪੂਰੀ ਹੋ ਗਈ ਹੈ। ਹਰ ਕੀ ਚਰਨ ਰਿਦ ਮਹੇ ਨਿਵਾਸਾ, ਜਿਸ ਮਨੁੱਖ ਦੇ ਹਿਰਦੇ ਵਿੱਚ ਹਰੀ ਪ੍ਰਮਾਤਮਾ ਦੇ ਚਰਨ ਕਮਲਾਂ ਦਾ ਵਸ ਨਿਵਾਸ ਹੈ। ਕਹੁ ਨਾਨਕ ਜਾ ਕੇ ਪੂਰਨ ਕਰਮਾ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਮਨੁੱਖ ਦੇ ਪੂਰਨ ਨਿਸ਼ਕਾਮ ਕਰਮ ਹਨ, ਸੋ ਜਨ ਆਇਆ ਪ੍ਰਭ ਕੀ ਸਰਣਾ, ਉਹੀ ਪੁਰਖ ਪਰਮਾਤਮਾ ਦੀ ਓਟ ਦੇ ਵਿੱਚ ਆਇਆ ਹੈ। ਆਪ ਪਵਿੱਤ ਪਵਨ ਸਭ ਕੀਨੇ, ਉਹ ਪੁਰਖ ਆਪ ਵੀ ਪਵਿੱਤਰ ਜੀਵਨ ਵਾਲਾ ਹੈ ਅਤੇ ਉਸਨੇ ਆਪਣੇ ਸਤਸੰਗੀ ਵੀ ਸਾਰੇ ਪਵਿੱਤਰ ਜੀਵਨ ਵਾਲੇ ਕਰ ਦਿੱਤੇ ਹਨ। ਰਾਮ ਰਸਾਇਣ ਰਸਨਾ ਚੀਨੇ, ਉਸਨੇ ਰਸਨ ਦੇ ਕਰ ਪਰਮਾਤਮਾ ਦੇ ਨਾਮ ਰਸ ਨੂੰ ਆਪਣੀ ਜ਼ਬਾਨ ਦੁਆਰਾ ਪਹਿਚਾਣਿਆ ਹੈ ਜਾਂ ਪ੍ਰੀਤੀ ਰੂਪ ਰਸਨਾ ਦੁਆਰਾ ਨਾਮ ਰਸ ਨੂੰ ਪਹਿਚਾਨਣਾ ਕੀਤਾ ਹੈ। ਰਉ ਮਹੱਲਾ ਪੰਜਵਾ, ਭੈਰੋ ਰਾਗ ਦੇ ਵਿੱਚ ਸਤਿਗੁਰੂ ਪੰਜਵੀਂ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਅੰਦਰ ਪਰਮਾਤਮਾ ਦੇ ਨਾਮ ਦਾ ਪ੍ਰਤਾਪ ਦੱਸਦੇ ਹਨ। ਨਾਮ ਲੈਤ ਕਿਛ ਬਿਗਨ ਨ ਲਖੈ, ਇਹ ਭਾਈ ਪਰਮਾਤਮਾ ਦਾ ਨਾਮ ਲੈਣ ਕਰਕੇ ਰਾਗ ਦੁਐਖ ਕਾਮ ਕ੍ਰੋਧ ਨਿੰਦਰਾ ਵਿਕਲਪ ਸਿਮਰਤੀ ਆਦਿਕ ਬਿਰਤੀਆਂ ਲੋਕ ਕੁਛ ਵੀ ਵਿਘਨ ਨਹੀਂ ਲੱਗਦਾ। ਭਾਵ ਭਗਤੀ ਵਿੱਚ ਕੋਈ ਵਿਕਾਰ ਆਦਿਕ ਰੁਕਾਵਟ ਨਹੀਂ ਪਾ ਸਕਦਾ। ਨਾਮ ਸੁਣਤਾ ਜਮ ਦੂਰ ਭਾਗੈ, ਪਰਮਾਤਮਾ ਦੇ ਨਾਮ ਨੂੰ ਸੁਣਦਿਆਂ ਜਾਂ ਸੁਣਨ ਵਾਲੇ ਦੇ ਪਾਸੋਂ ਯਮਰਾਜ ਵੀ ਦੂਰ ਤੋਂ ਹੀ ਭੱਜ ਜਾਂਦਾ ਹੈ। ਭਾਵ ਯਮਰਾਜ ਵੀ ਨਾਮ ਜਪਣ ਵਾਲੇ ਸੁਣਨ ਵਾਲੇ ਦੇ ਨੇੜੇ ਨਹੀਂ ਆਉਂਦਾ। ਸ਼ਬਦ ਸੁਣੇ ਤਾਂ ਦੂਰੋਂ ਭਾਗੇ ਮਤ ਮਾਰੇ, ਹਰ ਜੀਉ ਬੇਪਰਵਾਹ ਹੈ। ਨਾਮ ਲੈਤਾ ਸਭ ਦੁਖ ਹੈ ਨਾਸ, ਪਰਮਾਤਮਾ ਦਾ ਨਾਮ ਲੈਣ ਕਰਕੇ ਸਾਰੇ ਦੁੱਖ ਸਾਰੇ ਕਸ਼ਟ ਨਸ਼ਟ ਹੋ ਜਾਂਦੇ ਨੇ। ਨਾਮ ਜਪਤਾ ਹਰ ਚਰਨ ਨਿਵਾਸ, ਪਰਮਾਤਮਾ ਦਾ ਨਾਮ ਜਪਦੇ ਆ ਹਰੀ ਪਰਮਾਤਮਾ ਦੇ ਚਰਨਾਂ ਵਿੱਚ ਵਾਸਾ ਹੋ ਜਾਂਦਾ, ਸਥਿਤੀ ਹੋ ਜਾਂਦੀ ਹੈ। ਨਿਰਵਿਘਨ ਭਗਤ ਭਜ ਹਰ ਹਰ ਨਾਉ, ਜੋ ਹਰੀ ਭਰੇ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਹੈ, ਇਹ ਵਿਘਨਾਂ ਤੋਂ ਰਹਿਤ ਕਰਨ ਵਾਲੀ ਭਗਤੀ ਹੈ। ਅਰਥਾਤ ਹੋਰ ਜਗ ਤਾਪਾਜ ਕਰਨ ਲੱਗੀਆਂ ਅਨੇਕਾਂ ਵਿਘਨ ਪੈਂਦੇ ਨੇ, ਪਰ ਪਰਮਾਤਮਾ ਦੇ ਨਾਮ ਦੀ ਭਗਤੀ ਸਾਰੇ ਵਿਘਨਾਂ ਤੋਂ ਰਹਿਤ ਕਰਨ ਵਾਲੀ ਹੈ। ਰਸਕ ਰਸਕ ਹਰ ਕੇ ਗੁਣ ਗਾਓ, ਇਹ ਭਾਈ ਚਿੱਤ ਨੂੰ ਰਸਾ ਕੇ ਭਾਵ ਆਨੰਦ ਲੈ ਲੈ ਕੇ ਸਹਿਜ ਸਹਿਜ ਗੁਣ ਰਮੈ ਕਬੀਰਾ, ਸਹਿਜੇ ਸਹਿਜੇ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਜਿਵੇਂ ਮੱਖਣ ਤੇਜ਼ ਰੜਕਣ ਨੂੰ ਤਰਬਰਾ ਜਿਹਾ ਹੋ ਜਾਂਦਾ ਤੇ ਬਹੁਤਾ ਜ਼ਿਆਦਾ ਕਦੀ ਕਰ ਲਿਆ ਕਦੀ ਛੱਡ ਦਿੱਤਾ, ਉਹਦੇ ਨਾਲ ਵੀ ਮੱਖਣ ਨਹੀਂ ਆਉਂਦਾ। ਹੌਲੀ ਹੌਲੀ ਇੱਕ ਰਸ ਰਿੜਕੀ ਜਾਏ, ਕਿਉਂ ਪ੍ਰਮਾਤਮਾ ਦੇ ਗੁਣ ਗਾਉਣਾ ਕਰੋ, ਰਸਾ ਰਸਾ ਕੇ ਦੀ ਆਨੰਦ ਲੈਣਾ ਹੈ। ਰਹਾਉ ਵਿਸ਼ਰਾਮ ਦੇ ਕਰ ਪ੍ਰਮਾਣ ਕਰਦੇ ਨੇ, ਹਰ ਸਿਮਰਤਾ ਕਿਸ ਚਾਖਨ ਜੋ ਹੈ, ਕਦੀ ਪਰਮਾਤਮਾ ਦੇ ਨਾਮ ਨੂੰ ਸਿਮਰਦੇ ਆ
ਬਾਦ ਨਜ਼ਰ ਵਾਲੀ ਡੈਣ ਕਿਹੜੀ ਹੈ ਮਾਇਆ, ਇਹ ਵੀ ਕੁਝ ਤੱਕ ਨਹੀਂ ਸਕਦੀ। ਹਰ ਸਿਮਰਤ ਦੈਤ ਦਿਓ ਨ ਪੋਹੈ। ਹਰੀ ਪਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਕੋਈ ਵੀ ਰਾਖਸ਼ ਅਤੇ ਦਿਓ ਭੂਤ ਸ਼ੈਤਾਨ ਆਦਿਕ ਹੋ ਨਹੀਂ ਸਕਦਾ, ਭਾਵ ਆਪਣਾ ਅਸਰ ਨਹੀਂ ਕਰ ਸਕਦਾ। ਸੋ ਦੈਂਤ ਦੇ ਦਿਓ ਦੋਵੇਂ ਭੂਤ ਜਾਤੀ ਦੇ ਨੇ। ਦੈਂਤ ਆਦਮੀਆਂ ਨੂੰ ਖਾ ਜਾਣ ਵਾਲੇ ਹੁੰਦੇ ਨੇ ਤੇ ਦਿਓ ਆਕਾਰ ਦੇ ਵਿੱਚ ਬਹੁਤ ਵੱਡੇ ਹੁੰਦੇ ਨੇ। ਕਿਉਂ ਅਗਿਆਨ ਰੂਪੀ ਦੈਂਤ ਤੇ ਕਾਮਾਤਮ ਰੂਪੀ ਦਿਓ ਇਹ ਵੀ ਬੋਹ ਨਹੀਂ ਸਕਦੇ। ਜਿਵੇਂ ਨਾਮਦੇਵ ਜੀ ਪੰਡਤਾਂ ਦੇ ਕਹਿਣ ਤੋਂ ਖੂਹ ਤੇ ਪਾਣੀ ਲੈਣ ਗਏ ਸੀਗੇ। ਉੱਥੇ ਇੱਕ ਦਿਓ ਜਿਹੜਾ ਕਿ ਹਰੇਕ ਨੂੰ ਖਤਮ ਕਰ ਦਿੰਦਾ ਸੀ ਤੇ ਭਗਤ ਨਾਮਦੇਵ ਜੀ ਨੇ ਉਹਦੇ ਵਿੱਚੋਂ ਵਾਹਿਗੁਰੂ ਦੇ ਦਰਸ਼ਨ ਕਰਦੇ ਆ, ਸ਼ਬਦ ਉਚਾਰੇ ਆ, ਆਓ ਕਲੰਦਰ ਕੇਸਵਾ ਕਰ ਅਬਦਾਲੀ ਪੇਸ਼ਵਾ। ਉਸੇ ਵਕਤ ਮਹਾਰਾਜ ਨੇ ਪ੍ਰਗਟ ਹੋ ਕੇ ਉਸ ਦਿਓ ਦੇ ਵਿੱਚੋਂ ਦਰਸ਼ਨ ਦੇ ਕੇ ਨਾਮਦੇਵ ਨੂੰ ਗੱਲ ਨਾ ਲਾਇਆ ਤੇ ਕੁਝ ਵੀ ਨਹੀਂ ਆਖਿਆ। ਇਸ ਤਰ੍ਹਾਂ ਸੋ ਜਿਹੜੇ ਕੋਡੇ ਰਾਖਸ਼ ਵਰਗੇ ਮਰਦਾਨੇ ਨੂੰ ਤਲ ਕੇ ਖਾਣ ਲੱਗੇ, ਵੇਖੋ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਸਾਰੇ ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁੱਖ ਨਾਟੇ ਪਾਏ, ਉਹਨਾਂ ਦਾ ਹਿਰਦਾ ਸ਼ਾਂਤ ਹੋ ਗਿਆ ਸੀ। ਹਰ ਸਿਮਰਤ ਮੋਹ ਮਾਨ ਨਾ ਵਧੈ। ਹਰੀ ਪਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਸਰੀਰ ਆਦਿਕਾਂ ਦਾ ਮੋਹ, ਸਨੇਹ ਅਤੇ ਗੁਣ ਮਾਇਆ ਆਦਿਕ ਦਾ ਅਭਿਮਾਨ ਇਹ ਵੀ ਨਹੀਂ ਵੱਧ ਜਾਂ ਵੱਧ ਨਾਸ਼ ਨਹੀਂ ਕਰਦਾ। ਹਰ ਸਿਮਰਤ ਗਰਭ ਜੋਨ ਨਾ ਰੁਧੈ। ਹਰੀ ਪਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਜੀਵ ਗਰਭ ਜੂਨਾਂ ਦੇ ਵਿੱਚ ਰੁਕਿਆ ਨਹੀਂ ਰਹਿੰਦਾ, ਫਸਿਆ ਨਹੀਂ ਰਹਿੰਦਾ, ਭਾਵ ਜੂਨਾਂ ਵਿੱਚ ਆਉਣ ਵੱਲੋਂ ਮੁਕਤ ਹੋ ਜਾਂਦਾ ਹੈ। ਹਰ ਸਿਮਰਨ ਕੀ ਸਗਲੀ ਬੇਲਾ। ਇਹ ਭਾਈ ਹਰੀ ਪਰਮਾਤਮਾ ਦੇ ਨਾਮ ਸਿਮਰਨ ਚਿੰਤਨ ਦੀਆਂ ਸਾਰੀਆਂ ਹੀ ਘੜੀਆਂ ਨੇ। ਭਾਵ ਪਰਮਾਤਮਾ ਦੇ ਸਿਮਰਨ ਲਈ ਕੋਈ ਖਾਸ ਸਮਾਂ ਨਹੀਂ ਹੈ। ਜਦੋਂ ਮਨ ਮੰਨੇ, ਸਰੀਰ ਤੰਦਰੁਸਤ ਹੋਵੇ, ਸਾਰੇ ਸਮੇਂ ਹੀ ਚੰਗੇ ਨੇ। ਸਾਰੀ ਘੜੀ ਸੁਰਖਣੀ ਸਿਮਰਤ ਹਰ ਨਾਮ। ਜੇ ਟਾਈਮ ਹੀ ਵੇਖਦੇ ਰਹੇ ਤਾਂ ਉਹ ਬੰਦਾ ਫਿਰ ਟਾਈਮ ਹੀ ਵੇਖਦਾ ਰਹੂਗਾ। ਹੁਣ ਕਰਦੇ ਆ, ਠਹਿਰ ਕੇ ਕਰਾਂਗੇ, ਹੁਣ ਤਾਂ ਦੁਪਹਿਰ ਹੋ ਗਈ, ਅੰਮ੍ਰਿਤ ਵੇਲਾ ਚਲਾ ਗਿਆ, ਕੱਲ੍ਹ ਨੂੰ ਸਹੀ, ਕੱਲ੍ਹ ਫੇਰ ਸਵਖਤੇ ਨੂੰ ਉੱਠਿਆ ਜਾਂਦਾ। ਇਸ ਲਈ ਜਦੋਂ ਵੀ ਹੋਵੇ ਉਦੋਂ ਹੀ ਚੌਂਕੜਾ ਮਾਰ ਲਵੇ। ਹਰ ਸਿਮਰਨ ਬਹੁ ਮਹੇ ਅਕੇਲਾ। ਹਰੀ ਪਰਮਾਤਮਾ ਦੇ ਨਾਮ ਦਾ ਚਿੰਤਨ ਬਹੁਤ ਸਾਰੀ ਸਾਧਨਾ ਦੇ ਵਿੱਚੋਂ ਇਕੱਲਾ ਹੀ ਤਾਰਨ ਵਾਲਾ ਹੈ। ਇਸੇ ਪ੍ਰਕਾਰ ਹਰ ਸਿਮਰਨ ਬਹੁ ਮਹੇ ਅਕੇਲਾ। ਇੱਕ ਹਰੀ ਦਾ ਸਿਮਰਨ ਹੀ ਜੀਵਾਂ ਨੂੰ ਬਹੁਤੇ ਵਿਘਨਾਂ ਵਿੱਚੋਂ ਬਚਾ ਕੇ ਰੱਖਣ ਵਾਲਾ ਹੈ। ਇਸੇ ਪ੍ਰਕਾਰ ਹਰ ਸਿਮਰਨ ਬਹੁ ਮਹੇ ਅਕੇਲਾ। ਹਰੀ ਦਾ ਸਿਮਰਨ ਬੇਅੰਤ ਜੀਵਾਂ ਵਿੱਚੋਂ ਕੋਈ ਇੱਕ ਅੱਧਾ ਭਾਵ ਡਾਵਾਂ ਡਾਵਾਂ ਮਨੁੱਖ ਹੀ ਕਰਦਾ ਹੈ। ਇਸੇ ਪ੍ਰਕਾਰ ਹਰ ਸਿਮਰਨ ਬਹੁ ਮਹੇ ਅਕੇਲਾ। ਜਿਵੇਂ 100 ਜਾਂ 1000 ਮਨੁੱਖਾਂ ਨਾਲ ਲੜਨ ਵਾਲਾ ਰਥੀ ਸੂਰਮਾ ਹੁੰਦਾ ਹੈ, 10,000 ਨਾਲ ਇਕੱਲਾ ਹੀ ਜੰਗ ਕਰਕੇ ਫਤਿਹ ਪਾਵੇ, ਉਹ ਮਹਾਰਥੀ ਸੂਰਮਾ ਹੁੰਦਾ ਹੈ। ਅਤੇ ਜੋ ਅਣਗਿਣਤ ਫੌਜਾਂ ਨਾਲ ਇਕੱਲਾ ਹੀ ਜੰਗ ਕਰਕੇ ਫਤਿਹ ਪਾਵੇ, ਉਹ ਅਤਰਥੀ ਸੂਰਮਾ ਹੁੰਦਾ ਹੈ। ਇਸੇ ਪ੍ਰਕਾਰ ਵੇਦਾਂਤ ਆਦਿ ਦਾ ਸਰਵਣ ਕਰਨ ਵਾਲਾ ਤਾਂ ਰਥੀ ਸੂਰਮਾ ਹੈ। ਮੰਨਣ ਅਤੇ ਨਿਧਿਆਸਨ ਕਰਨ ਵਾਲਾ ਮਹਾਰਥੀ ਸੂਰਮਾ ਤੇ ਮਨ ਦੇ ਬੇਅੰਤ ਸੰਕਲਪਾਂ ਨਾਲ ਲੜਨ ਵਾਸਤੇ ਇਕੱਲਾ ਨਾਮ ਹੀ ਫਤਿਹ ਪਾ ਸਕਦਾ ਹੈ। ਮਨ ਜੀਤ
ਜਗ ਜੀਤ ਜਾਤ ਅਜਾਤ ਜਪੈ ਜਨ ਕੋਏ। ਇਹ ਭਾਈ ਪਰਮਾਤਮਾ ਦੇ ਨਾਮ ਨੂੰ ਉੱਚੀ ਜਾਤੀ ਜਾਂ ਨੀਵੀਂ ਜਾਤੀ ਵਾਲਾ ਜਾਂ ਜਾਤ ਨਾਮ ਹੈ ਬੁੱਧੀਮਾਨ ਦਾ ਤੇ ਅਜਾਤ ਨਾਮ ਹੈ ਬੁੱਧੀ ਤੋਂ ਹੀਨ ਮੂਰਖ ਮਨੁੱਖ ਦੇ ਬੁੱਧ ਵਾਲਾ ਜਾਂ ਬੁੱਧੀ ਤੋਂ ਹੀਨ ਕੋਈ ਵੀ ਪੁਰਖ ਇਹਨੂੰ ਜਪਣਾ ਕਰੇ। ਸੋ ਜਪੈ ਤਿਸ ਕੀ ਗਤ ਹੋਏ। ਜਿਹੜਾ ਵੀ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦੀ ਕਲਿਆਣ ਹੋ ਜਾਂਦੀ ਹੈ। ਹਰ ਕਾ ਨਾਮ ਜਪੀਐ ਸਾਧ ਸੰਗ। ਇਹ ਭਾਈ ਹਰੀ ਪਰਮਾਤਮਾ ਦਾ ਨਾਮ ਸਾਧੂ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਜਪਣਾ ਕਰੀਏ। ਹਰ ਕੇ ਨਾਮ ਕਾ ਪੂਰਨ ਰੰਗ। ਸਾਧ ਸੰਗਤ ਦੁਆਰਾ ਹਰੀ ਪਰਮਾਤਮਾ ਦੇ ਨਾਮ ਦਾ ਪੂਰਨ ਆਨੰਦ ਪ੍ਰਾਪਤ ਹੁੰਦਾ ਹੈ। ਨਾਨਕ ਕਉ ਪ੍ਰਭ ਕਿਰਪਾ ਧਾਰ। ਸਤਿਗੁਰੂ ਸਾਹਿਬ ਜੀ ਬੇਨਤੀ ਕਰਨ ਦਾ ਢੰਗ ਦੱਸਦੇ ਆ, ਕਥਨ ਕਰਦੇ ਨੇ ਕਿ ਹੇ ਪ੍ਰਭੂ ਸਾਡੇ ਜਨਾਂ ਦੇ ਉੱਪਰ ਆਪਣੀ ਮਿਹਰ ਦੀ ਦ੍ਰਿਸ਼ਟੀ ਧਾਰਨ ਕਰੋ ਜੀ। ਸਾਸ ਸਾਸ ਹਰ ਦੇਹੋ ਜਿਤਾਰ। ਇਹ ਹਰੀ ਪ੍ਰਭੂ ਸਾਨੂੰ ਹਰੇਕ ਸਵਾਸ ਤੇਰੇ ਨਾਮ ਦਾ ਚਿੰਤਨ ਕਰਨਾ ਦੇਣਾ ਕਰੋ ਜੀ। ਭੈਰੋ ਮਹੱਲਾ ਪੰਜਵਾ। ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਵਾਹਿਗੁਰੂ ਨੂੰ ਸਰਵਰੂਪ ਕਰਕੇ ਕਥਨ ਕਰਦੇ ਨੇ। ਆਪੇ ਸਾਸ ਤੇ ਆਪੇ ਭੇਦ। ਜੋ ਪਰਮਾਤਮਾ ਹੈ ਉਹ ਆਪ ਹੀ ਛੇ ਸ਼ਾਸਤਰ ਰੂਪ ਤੇ ਆਪ ਹੀ ਚਾਰੇ ਭੇਦ ਰੂਪ ਹੈ। ਇਸੇ ਪ੍ਰਕਾਰ ਆਪੇ ਸਾਸ ਤੇ ਆਪੇ ਭੇਦ। ਸਾਲ ਸਤ ਉਹ ਪਰਮਾਤਮਾ ਆਪ ਹੀ ਸਤ ਸਰੂਪ ਹੈ ਤੇ ਆਪ ਹੀ ਵੇਦ ਗਿਆਨ ਸਰੂਪ ਹੈ। ਆਪੇ ਕਟ ਕਟ ਜਾਣੈ ਭੇਦ। ਉਹ ਪਰਮਾਤਮਾ ਆਪ ਹੀ ਸਰੀਰਾਂ ਦੇ ਭੇਦਾਂ ਨੂੰ ਜਾਣਦਾ ਹੈ। ਜੋਤ ਸਰੂਪ ਜਾਗੀ ਸਭ ਵਤ। ਉਹ ਪ੍ਰਭੂ ਜੋਤੀ ਪ੍ਰਕਾਸ਼ ਰੂਪ ਹੈ ਜਿਸ ਦੀ ਚੇਤਨ ਸੱਤਾ ਰੂਪ ਵਸਤੂ ਸਾਰੇ ਜੀਵਾਂ ਦੇ ਅੰਦਰ ਹੈ। ਕਰਨ ਕਾਰਨ ਪੂਰਨ ਸਮਰਥ। ਉਹ ਪ੍ਰਭੂ ਸਾਰੇ ਕਾਰਨਾਂ ਦੇ ਕਰਨ ਵਾਲਾ ਵਿਆਪਕ ਅਤੇ ਸਰਵ ਸ਼ਕਤੀਮਾਨ ਹੈ। ਪ੍ਰਭ ਕੀ ਓਟ ਗਹੋ ਮਨ ਮੇਰੇ। ਇਹ ਮੇਰੇ ਮਨਾ ਪਰਮਾਤਮਾ ਦੀ ਕੇ ਸ਼ਰਨ ਨੂੰ ਗ੍ਰਹਿਣ ਕਰ। ਚਰਨ ਕਮਲ ਗੁਰਮੁਖਿਆ ਰਤਹੁ। ਮੁਖੀ ਗੁਰਾਂ ਦੁਆਰਾ ਪਰਮਾਤਮਾ ਦੇ ਚਰਨ ਕਮਲਾਂ ਨੂੰ ਧਿਆਉਣਾ ਕਰੋ। ਦੁਸ਼ਮਨ ਦੁਖ ਨਾ ਆਵੈ ਨੇੜੇ। ਫਿਰ ਦੁਸ਼ਮਣੀ ਕਰਨ ਵਾਲੇ ਅਗਿਆਨ ਆਦਿ ਅਤੇ ਜਮਨ ਮਨ ਰੂਪੀ ਦੁੱਖ ਤੇਰੇ ਨੇੜੇ ਨਹੀਂ ਆਉਣਗੇ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਆਪੇ ਵਣ ਤ੍ਰੈਣਾ ਤ੍ਰਿਭਵਨ ਸਾਰ। ਪਰਮਾਤਮਾ ਆਪ ਹੀ ਜੰਗਲ ਰੂਪ ਕੱਖ ਰੂਪ ਅਤੇ ਤਿੰਨਾਂ ਲੋਕਾਂ ਦਾ ਤਤ ਮੂਲ ਰੂਪ ਹੈ। ਜਾਂ ਤਿੰਨਾਂ ਲੋਕਾਂ ਦਾ ਸਾਰ ਰੂਪ ਆਪ ਹੀ ਹੈ। ਇਸੇ ਪ੍ਰਕਾਰ ਆਪੇ ਵਣ ਤ੍ਰੈਣਾ ਤ੍ਰਿਭਵਨ ਸਾਰ। ਉਹ ਵਾਹਿਗੁਰੂ ਆਪ ਹੀ ਵਣ ਦੀ ਤਰ੍ਹਾਂ ਸਰੀਰ, ਤ੍ਰੈਣ ਦੀ ਤਰ੍ਹਾਂ ਇੰਦਰੀਆਂ ਅਤੇ ਤਿੰਨੇ ਭਵਨਾਂ ਦੀ ਤਰ੍ਹਾਂ ਜਾਗਰਤ ਸੁਪਨ ਸਖੋਬਤ ਅਵਸਥਾ ਦਾ ਸਾਰ ਰੂਪ ਪ੍ਰਕਾਸ਼ਕ ਹੈ ਆਪ ਹੀ। ਜਾ ਕੈ ਸੂਤ ਪਰੋਇਆ ਸੰਸਾਰ। ਜਿਸ ਪ੍ਰਭੂ ਦੇ ਹੁਕਮ
ਚੇਤਨ ਸੱਤਾ ਪ੍ਰਾਰਬਧ ਰੂਪ ਧਾਗੇ ਵਿੱਚ ਸਾਰਾ ਜਗਤ ਰੋਇਆ ਹੋਇਆ ਹੈ। ਆਪੇ ਸਿਵ ਸਗਤੀ ਸੰਜੋਗੀ, ਉਹ ਪ੍ਰਭੂ ਆਪ ਹੀ ਕਲਿਆਣ ਸਰੂਪ ਹੈ, ਆਪ ਹੀ ਮਾਇਆ ਦਾ ਮਿਲਾਪੀ ਪਾਇਆ, ਮਾਇਆ ਸਫਲ ਹੋ ਰਿਹਾ ਹੈ। ਇਸੇ ਪ੍ਰਕਾਰ ਆਪੇ ਸਿਵ ਸਗਤੀ ਸੰਜੋਗੀ, ਆਪ ਹੀ ਸੇਵ ਭਾਵ ਸਤੋ ਗੁਣ, ਸ਼ਕਤੀ ਭਾਵ ਤਮੋ ਗੁਣ ਅਤੇ ਰਜੋ ਗੁਣ, ਇਹਨਾਂ ਤਿੰਨਾਂ ਗੁਣਾਂ ਦਾ ਸੰਯੋਗੀ ਹੋ ਰਿਹਾ ਹੈ। ਇਸੇ ਪ੍ਰਕਾਰ ਆਪੇ ਸਿਵ ਸਗਤੀ ਸੰਜੋਗੀ, ਆਪ ਹੀ ਸੇਵ ਭਾਵ ਪੁਰਖ ਰੂਪ ਅਤੇ ਆਪ ਹੀ ਸ਼ਕਤੀ ਭਾਵ ਪ੍ਰਕਿਰਤੀ ਰੂਪ ਹੋ ਰਿਹਾ ਹੈ ਅਤੇ ਆਪ ਇਹਨਾਂ ਦੀ ਸੰਯੋਗ ਕਰਕੇ ਸੰਸਾਰ ਦੀ ਉਤਪਤੀ ਕਰ ਰਿਹਾ ਹੈ। ਆਪ ਨਿਰਵਾਣੀ ਆਪੇ ਭੋਗੀ, ਆਪ ਹੀ ਬੰਧਨਾਂ ਤੋਂ ਰਹਿਤ ਬਿਰਖਤ ਰੂਪ ਹੈ ਅਤੇ ਆਪ ਹੀ ਪਦਾਰਥਾਂ ਦੇ ਭੋਗਣ ਵਾਲਾ ਗ੍ਰਸਤੀ ਰੂਪ ਹੈ, ਜਾਂ ਆਪ ਹੀ ਸਾਰਿਆਂ ਦਾ ਭੋਗ ਪਾਉਣ ਵਾਲਾ ਕਾਲਨ ਕੋ ਕਾਲ, ਮਹਾਕਾਲਨ ਕੋ ਕਾਲ ਹੈ, ਕਾਲ ਦਾ ਵੀ ਕਾਲ ਕਰਨ ਵਾਲਾ ਮਹਾਕਾਲ ਸਰੂਪ ਹੈ। ਜਤ ਕਤ ਵੇਖਾਓ ਤਦ ਤਦ ਸੋਏ, ਮੈਂ ਜਿੱਥੇ ਕਿਤੇ ਵੀ ਵੇਖਦਾ ਹਾਂ ਉੱਥੇ ਉੱਥੇ ਉਹ ਪ੍ਰਭੂ ਵਿਆਪਕ ਹੋ ਰਿਹਾ ਹੈ। ਐਸ ਬਿਨਾ ਦੂਜਾ ਨਹੀਂ ਕੋਈ, ਇਸ ਪਰਮਾਤਮਾ ਤੋਂ ਬਿਨਾ ਉਸ ਵਰਗਾ ਕੋਈ ਦੂਜਾ ਹੋਏ ਸੋ ਅਵਰੋ ਕਹੀ ਹੈ, ਹੋਰ ਕੋਈ ਦੂਜਾ ਨਹੀਂ ਹੈ। ਸਾਗਰ ਤਰੀਏ ਨਾਮ ਕਰੰਗਾ, ਉਸ ਪਰਮਾਤਮਾ ਦੇ ਨਾਮ ਦੇ ਪ੍ਰੇਮ ਕਰਕੇ ਸੰਸਾਰ ਉਸ ਸਮੁੰਦਰ ਤੋਂ ਤਰ ਜਾਈਦਾ ਹੈ। ਗੁਣ ਗਾਵੈ ਨਾਨਕ ਸਾਧ ਸੰਗਾ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਕੇ ਮੈਂ ਉਸ ਪ੍ਰਭੂ ਦੇ ਗੁਣ ਗਾਇਨ ਕਰਦਾ ਹਾਂ। ਭੁਗਤ ਭੁਗਤ ਜੁਗਤ ਵਸ ਜਾਕੈ, ਮੁਕਤੀ ਅਤੇ ਪਦਾਰਥਾਂ ਦੀ ਜੁਗਤੀ ਜਿਸ ਪ੍ਰਭੂ ਦੇ ਵਸ ਅਧੀਨ ਹੈ। ਗੁਣ ਨਾਹੀ ਕਿਸ ਜਨ ਤਾਕੈ, ਇਹ ਪੁਰਖ ਇਸ ਪਰਮਾਤਮਾ ਦੇ ਘਰ ਵਿੱਚ ਕੁਝ ਵੀ ਹੋਣ ਦਾ ਹੀ ਨਹੀਂ ਹੈ, ਉਹਦਾ ਘਰ ਭਰਿਆ ਹੋਇਆ ਹੈ। ਹਰਿ ਕਿਰਪਾ ਜਿਸ ਹੋਏ ਸੋ ਪਰਸੰਨ, ਪਰਮਾਤਮਾ ਆਪਦੀ ਮਿਹਰ ਦੀ ਦ੍ਰਿਸ਼ਟੀ ਕਰਕੇ ਜਿਸ ਉੱਪਰ ਭਲੀ ਪ੍ਰਕਾਰ ਪ੍ਰਸੰਨ ਹੁੰਦਾ ਹੈ। ਨਾਨਕ ਦਾਸ ਸਈ ਜਨ ਤਨ, ਸਤਿਗੁਰੂ ਸਾਹਿਬ ਜੀ ਦਸ ਭਾਵ ਧਾਰਨ ਕਰਕੇ ਕਥਨ ਕਰਦੇ ਨੇ ਕਿ ਉਹੀ ਪੁਰਖ ਧਨ ਦਾ ਯੋਗ ਹੈ। ਭੈਰੋ ਮਹਲਾ ਪੰਜਵਾ, ਭੈਰੋਂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ, ਭਗਤਾ ਮਾਨਿਆ ਆਨੰਦ ਗੋਬਿੰਦ, ਗੋਬਿੰਦ ਪਰਮਾਤਮਾ ਦੇ ਸੇਵਕ ਜਨਾਂ ਦੇ ਮਨ ਹਿਰਦੇ ਵਿੱਚ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸਦਾ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਹਰਿ ਕਾ ਨਾਮ ਧਿਆਏਗਾ ਉਹ ਕਰਿਆ ਭਾਈ ਸਗਲ ਆਨੰਦ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੇ ਆਨੰਦ ਤੇ ਸੁਖ ਆਪਣੇ ਭਗਤਾਂ ਨੂੰ ਬਖਸ਼ ਦਿੱਤੇ ਨੇ। ਆਸਥਿਤ ਪਾਏ ਬਿਨਸੀ ਸਭ ਚਿੰਦਾ, ਉਹ ਬ੍ਰਹਮ ਸਰੂਪ ਦੇ ਵਿੱਚ ਸਥਿਤ ਹੋਏ ਨੇ ਅਤੇ ਉਹਨਾਂ ਦੀ ਸਾਰੀ ਚਿੰਤਾ ਨਾਸ਼ ਹੋ ਗਈ ਹੈ। ਪੈ ਬ੍ਰਹਮ ਬਿਨਸ ਗਏ ਖਿਨ ਮਾਹੇ, ਉਹਨਾਂ ਭਗਤਾਂ ਦੇ ਅੰਦਰੋਂ ਇੱਕ ਛਿਣ ਵਿੱਚ ਹੀ 7 ਪ੍ਰਕਾਰ ਦੇ ਡਰ ਅਤੇ 5 ਪ੍ਰਕਾਰ ਦੇ ਭਰਮ ਇਹ ਨਾਸ਼ ਹੋ ਗਏ ਹਨ। ਪਾ
ਸਾਖਿਆਤਕਾਰ ਹੋਇਆ ਹੈ। ਰਾਮ ਰਾਮ ਸੰਤ ਸਦਾ ਸਹਾਏ। ਰਮਿਆ ਹੋਇਆ ਪਰਮਾਤਮਾ ਹਮੇਸ਼ਾ ਹੀ ਸ਼ਾਂਤ ਚਿਤ ਮਹਾਤਮਾ ਜਨਾਂ ਦਾ ਸਹਾਇਕ ਹੈ। ਹਰ ਬਾਹਰ ਨਲੇ ਪਰਮੇਸ਼ਰ। ਘਰ ਹਿਰਦੇ ਅਤੇ ਬਾਹਰ ਸੰਸਾਰ ਵਿੱਚ ਘਰ ਬਾਹਰ ਤੇਰਾ ਪਰਮਾਸਾ ਤੂੰ ਜਨ ਕੈ ਹੈ ਸੰਗ। ਉਹ ਪਰਮਾਤਮਾ ਸਦਾ ਅੰਗ ਸੰਗਿਆ ਭੰਗਨ ਵਿਭੂਤੇ ਸੰਤ ਜਨਾਂ ਦੇ ਨਾਲ ਹੀ ਰਹਿੰਦਾ ਹੈ। ਰਬ ਰਹਿਆ ਪੂਰਨ ਸਭ ਠਾਏ। ਸਾਰੀਆਂ ਥਾਵਾਂ ਦੇ ਵਿੱਚ ਪੂਰਨ ਵਿਆਪਕ ਹੋ ਰਿਹਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਧਨ ਮਾਲ ਜੋਬਨ ਜੁਗਤ ਗੋਪਾਲ। ਉਹ ਪਰਮਾਤਮਾ ਨੇ ਉਸ ਵਾਹਿਗੁਰੂ ਨੇ ਹੀ ਧਨ ਲੋਕੜੀ ਕੈਸ਼ਮਣੀ ਮਾਲ ਹਾਥੀ ਘੋੜੇ ਆਦਿਕ ਜਾਨਵਰ ਪਸ਼ੂ ਜੋਬਨ ਜਵਾਨੀ ਆਦਿਕ ਦੀ ਯੁਕਤੀ ਦੇਣਾ ਕੀਤੀ ਹੈ। ਇਸ ਪ੍ਰਕਾਰ ਧਨ ਮਾਲ ਜੋਬਨ ਜੁਗਤ ਗੋਪਾਲ। ਜੋ ਪ੍ਰਭੂ ਦੇ ਨਾਲ ਮਨ ਕਰਕੇ ਜੁਗਤ ਜੁੜੇ ਰਹਿੰਦੇ ਨੇ ਉਹਨਾਂ ਪਾਸ ਪਰਮਾਤਮਾ ਦਾ ਨਾਮ ਧਨ ਹੈ। ਸ਼੍ਰਵਣ ਮਨ ਰੂਪੀ ਮਾਲ ਹੈ ਅਤੇ ਸ਼ੌਂਕ ਅਵਸਥਾ ਰੂਪ ਜਵਾਨੀ ਹੈ। ਜੀ ਪਰਾਨ ਨਿਤ ਸੁਖ ਪ੍ਰਤਪਾਲ। ਉਹ ਪਰਮਾਤਮਾ ਸਭ ਜੀਵਾਂ ਨੂੰ ਸਵਾਸ ਦੇ ਕੇ ਨਿਤ ਪ੍ਰਤੀ ਸੁਖ ਦੇ ਨਾਲ ਪਾਲਣਾ ਕਰਦਾ ਹੈ। ਪ੍ਰਤਪਾਲ ਮਾਤਾ ਉਦਰ ਰੱਖੈ ਲੱਗਣ ਦੇਤ ਨਾ ਸੇ ਸੋਈ ਸੁਆਮੀ ਇਹਾਂ ਰੱਖੈ। ਊਜ ਬੁੱਧ ਲਗੇ ਮੇਰੇ ਮਨ ਨਾਮ ਕੀ ਕਰ ਟੇਕ। ਆਪਣੇ ਦਾਸ ਕਉ ਦੇ ਰੱਖੈ ਹਾਥ। ਉਹ ਪ੍ਰਭੂ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੇ। ਜਹ ਜਹ ਕਾਰ ਕਿਰਤ ਸੇਵਕੀ ਤਾਹਾਂ ਤਾਹਾਂ ਉਠਤਾਵੇ। ਸੇਵਕ ਕੋ ਨਿਪਟੀ ਹੋਏ ਦਿਖਾਵੇ। ਜੋ ਜੋ ਕਹੈ ਠਾਕੁਰ ਭੈ ਸੇਵਕ ਤਤਕਾਲ ਹੋ ਜਾਵੇ। ਆਪਦੇ ਸੇਵਕ ਨੂੰ ਆਪਣਾ ਕਿਰਪਾ ਭਰਿਆ ਹੱਥ ਦੇ ਕੇ ਵਿਕਾਰਾਂ ਤੋਂ ਬਚਾ ਕੇ ਰੱਖਣਾ ਕਰਦਾ ਹੈ। ਮੱਖਣ ਛੋਟਾ ਸਦ ਹੀ ਸਾਥ। ਇੱਕ ਅੱਖ ਦੇ ਝਮਕਣ ਜਿੰਨਾ ਸਮਾਂ ਵੀ ਉਹ ਛੱਡਦਾ ਨਹੀਂ ਹੈ ਸਗੋਂ ਹਮੇਸ਼ਾ ਹੀ ਨਾਲ ਰਹਿੰਦਾ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਲੇ। ਜਾਂ ਉਸ ਪ੍ਰਭੂ ਦੇ ਸਿਮਰਨ ਨੂੰ ਇੱਕ ਨਿਮਕ ਮਾਤਰ ਵੀ ਗੁਰਮੁਖ ਛੱਡਦੇ ਨਹੀਂ ਹਨ। ਉਹ ਪ੍ਰਭੂ ਸਦਾ ਹੀ ਉਹਨਾਂ ਗੁਰਮੁਖਾਂ ਦੇ ਸਾਥ ਭਾਵ ਅੰਗ ਸੰਗ ਰਹਿੰਦਾ ਹੈ। ਹਰ ਸਾ ਪ੍ਰੀਤਮ ਅਵਰ ਨ ਕੋਏ। ਪਰਮਾਤਮਾ ਜੀ ਹੈ ਪ੍ਰੀਤਮ ਪਿਆਰਾ ਕੋਈ ਹੋਰ ਨਹੀਂ ਹੈ। ਸਾਰ ਸੰਭਾਲੇ ਸਾਚਾ ਸੋਏ। ਉਹ ਤ੍ਰੈਕਲ ਆਬਾਦ ਰੂਪ ਪ੍ਰਭੂ ਹੀ ਸਭਨਾਂ ਦੀ ਖਬਰ ਲੈ ਕੇ ਸਭਨਾਂ ਨੂੰ ਸੰਭਾਲਣਾ ਕਰਦਾ ਹੈ। ਮਾਤ ਪਿਤਾ ਸੁਤ ਬੰਦ ਨਾਰਾਇਣ। ਭਗਤਾਂ ਨੇ ਮਾਂ ਪਿਓ ਪੁੱਤਰ ਅਤੇ ਸੰਬੰਧੀ ਆਦਿਕ ਨਾਲੋਂ ਪਰਮਾਤਮਾ ਹੀ ਪਿਆਰਾ ਸਮਝਿਆ ਹੈ। ਜਾਂ ਇਹਨਾਂ ਰਿਸ਼ਤੇ ਨਾਤਿਆਂ ਦੀ ਤਾਂ ਪਰਮਾਤਮਾ ਹੀ ਸਮਝਿਆ ਹੋਇਆ ਹੈ। ਮਾਤ ਪਿਤਾ ਤੇ ਸੁਤ ਬੰਧਵ ਭਾਈ तो नानक हुआ पार ब्रह्म सहाई। तुम मात पिता हम बालक तेरे तुम्हारी कृपा में सुख नेरे। या क्षमा रूपी माता संतोख रूप पिता ज्ञान रूपी पुत्र श्रवण मन रूप संबंधी नारायण ही देना करता है। आद जुगाद भगत गुण गायण। सदा सदा भक्ति करने वाले गुरमुख जन उस वाहिगुरु के
ਗੁਣਾਂ ਨੂੰ ਗਾਉਣਾ ਕਰਦੇ ਨੇ। ਤਿਸ ਕੀ ਤਾਰਾ ਪ੍ਰਭ ਕਾ ਮਨ ਜੋਰਾ। ਉਹਨਾਂ ਭਗਤਾਂ ਨੂੰ ਤਿਸ ਪ੍ਰਭੂ ਦੀ ਹੀ ਟੇਕ ਹੈ, ਓਟ ਹੈ, ਅਤੇ ਹਿਰਦੇ ਵਿੱਚ ਉਸ ਪਰਮਾਤਮਾ ਦਾ ਹੀ ਜੋਰ ਬਲ ਹੈ। ਤੂੰ ਮੇਰੀ ਓਟ ਬਲ ਬੁੱਧ ਧਨ ਤੁਮਹੀ, ਤੂੰ ਮੈਂ ਮੇਰੇ ਪਰਿਵਾਰ। ਉਸ ਵਾਹਿਗੁਰੂ ਦਾ ਹੀ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ। ਏਕ ਬਿਨਾ ਤੁਚਾ ਨਹੀਂ ਗੋਰਾ। ਉਹਨਾਂ ਭਗਤਾਂ ਨੇ ਐਸੇ ਨਿਸ਼ਚੈ ਕੀਤੇ, ਇੱਕ ਪਰਮਾਤਮਾ ਤੋਂ ਬਿਨਾਂ ਉਸ ਵਰਗਾ ਦੂਸਰਾ ਹੋਰ ਕੋਈ ਨਹੀਂ ਹੈ। ਨਾਨਕ ਕੈ ਮਨ ਇਹੋ ਪੁਰਖਾ ਰਥਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਸਾਡੇ ਜਨਾਂ ਦੇ ਹਿਰਦੇ ਵਿੱਚ ਇਹੀ ਉਦਮ ਹੈ ਕਿ ਪ੍ਰਭੂ ਹਮਾਰਾ ਸਾਰੇ ਸਵਾਰਥ। ਸਾਡਾ ਪਰਮਾਤਮਾ ਹੀ ਸਾਡੇ ਵਿਵਹਾਰਿਕ ਪਰਮਾਰਥ ਆਦਿ ਦੇ ਸਾਰੇ ਪ੍ਰਯੋਜਨ ਸਵਾਰੇਗਾ। ਉਹ ਆ ਕੇ ਸਾਡੇ ਸਾਰੇ ਕੰਮ ਸਵਾਰ ਦੇਵੇਗਾ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਭੈਰੋਂ ਰਾਗ ਵਿੱਚ ਸ਼ੁਭ ਪਾਵਨ ਗੁਰਮਾਨ ਕਰਦੇ ਨੇ। ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ। ਹਰੀ ਪਰਮਾਤਮਾ ਦਾ ਨਾਮ ਸਿਮਰਦਿਆਂ ਭੈ ਦੇਣ ਵਾਲੇ ਜਾਂ ਮਾਤਕਾ ਨੂੰ ਵੀ ਸਿਮਰਨ ਕਰਨ ਵਾਲੇ ਤੋਂ ਡਰ ਪੈ ਜਾਂਦਾ ਹੈ। ਭਾਵ ਇਹ ਹੈ ਕਿ ਪਰਮਾਤਮਾ ਦੇ ਸਿਮਰਨ ਕਰਨ ਵਾਲੇ ਤੋਂ ਡਰ ਦੂਰ ਹੀ ਰਹਿੰਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ। ਸਗਲ ਬਿਆਦਾ ਮਿੱਟੀ ਤ੍ਰਿਵ ਗੁਣ ਕੀ। ਨਾਮ ਜਪਣ ਵਾਲੇ ਦੀ ਤਿੰਨਾਂ ਗੁਣਾਂ ਦੀ ਜਾਂ ਤ੍ਰਿਗੁਣੀ ਮਾਇਆ ਦੀ ਸਾਰੀ ਵਿਆਧੀ ਮਿਟ ਗਈ ਹੈ। ਦਾਸ ਕੇ ਹੋਏ ਪੂਰਨ ਕਾਮ। ਅਤੇ ਉਸ ਸੇਵਕ ਦੇ ਸਾਰੇ ਕੰਮ ਪੂਰੇ ਹੋਏ ਹਨ। ਜਨ ਕੇ ਪੂਰਨ ਹੋਏ ਕਾਮ ਕਲੀਕਾਰ ਮਹਾ ਵਿਖਿਆ ਮੈਂ ਅਜਾ ਰੱਖੀ ਰਾਮ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਹਰਿ ਕੇ ਲੋਕ ਸਦਾ ਗੁਣ ਗਾਵਨ। ਹਰੀ ਪਰਮਾਤਮਾ ਦੇ ਲੋਕ ਭਾਵ ਸੰਤ ਜਨ ਹਮੇਸ਼ਾ ਹੀ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਨੇ। ਤੈਨ ਕੋ ਮਿਲਿਆ ਪੂਰਨ ਧਾਮ। ਜਿਨ੍ਹਾਂ ਨੂੰ ਪੂਰਾ ਧਾਮ ਪ੍ਰਕਾਸ਼ ਮਿਲਿਆ ਹੈ। ਜਨ ਕਾ ਦਰਸ ਬਾਸੈ ਦਿਨ ਰਾਤੀ। ਜੋ ਮਹਾਰਾਜ ਕਥਨ ਕਰਦੇ ਨੇ ਕਿ ਉਹਨਾਂ ਭਗਤਾਂ ਦਾ ਦਿਨ ਰਾਤ ਦਰਸ਼ਨ ਕਰਨਾ ਚਾਹੁੰਦੇ ਨੇ। ਹੋਏ ਪਨੀਤਾ ਧਰਮ ਰਾਏ ਜਾਮ। ਸਭ ਕੋਈ ਉਹਨਾਂ ਦੀ ਦਰਸ਼ਨਾਂ ਨੂੰ ਚਾਹੁੰਦੇ ਨੇ। ਇੱਥੋਂ ਤੱਕ ਧਰਮ ਰਾਜਾ ਤੇ ਯਮਦੂਤ ਵੀ ਪਵਿੱਤਰ ਹੋਣ ਲਈ ਸਵਰਗਾਂ ਦੇ ਵਿੱਚ ਜਾਂ ਜਿੱਥੇ ਧਰਮ ਰਾਜੇ ਦੀ ਕਚਹਿਰੀ ਹੈ ਉੱਥੇ ਸੋ ਉਹਨਾਂ ਗੁਰਮੁਖਾਂ ਦੇ ਮਹਾਰਾਜਾ ਜਨਕ ਮਾਨ ਦਰਸ਼ਨ ਕਰਨਾ ਚਾਹੁੰਦੇ ਹਨ। ਮਹਾਰਾਜੇ ਜਨਕ ਨੇ ਵੇਖੋ ਨਰਕ ਵੇਲੇ ਕਰਾ ਦਿੱਤੇ ਸੀਗੇ। ਉਹ ਤਾਂ ਇੱਕ ਭਗਤ ਸੀਗਾ, ਭਗਤ ਵੱਡਾ ਰਾਜਾ ਜਨਕ ਹੈ। ਪਰ ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਗੁਰ ਅਰਜਨ ਪ੍ਰਤੱਖੀ ਰੱਬ ਨੇ। ਜਾਂ ਜਿਨ੍ਹਾਂ ਦਾ ਗੁਰਪੁਰਬ ਕੱਲ੍ਹ ਆ ਰਿਹਾ ਸ੍ਰੀ ਗੁਰੂ ਰਾਮਦਾਸ ਮਹਾਰਾਜ ਪ੍ਰਕਾਸ਼ ਪੁਰਬ, ਉਹ ਖੁਦ ਆਪ ਪਰਮਾਤਮਾ ਨੇ। ਉਹਨਾਂ ਲਈ ਜੀਵਨ ਨੂੰ ਤਾਰਨਾ ਕਿੰਨਾ ਔਖਾ ਹੈ। ਜੇ ਕੋਈ ਉਹਨਾਂ ਦਾ ਬਚਨ ਮੰਨੇ, ਜੇ ਕੋਈ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਕਰੀਏ। ਕਾਮ ਕ੍ਰੋਧ ਲੋਭ ਮਦ ਨਿੰਦਾ। ਕਾਮ ਕਾਰ ਦ੍ਰਿਸ਼ਟੀ ਕ੍ਰੋਧ ਗੁੱਸਾ ਲੋਭ ਲਾਲਚ ਮਦ ਮਸਤੀ ਮੋਹ ਅਤੇ ਨਿੰਦਾ ਅਪਕੀਰਤੀ। ਸਾਧ ਸੰਗ ਮਿਟਿਆ ਅਭਿਮਾਨ। ਅਤੇ ਹੰਕਾਰ ਆਦਿਕ ਵਿਕਾਰ ਉਹਨਾਂ ਸਾਧੂਆਂ ਦੀ ਸੰਗਤ ਕਰਕੇ ਨਿਵਰਤ ਹੋਏ ਹਨ। ਐਸੇ ਸੰਗ
ਮਹਾਤਮਾ ਜਨ ਵੱਡੇ ਭਾਗਾਂ ਕਰਕੇ ਹੀ ਮਿਲਦੇ ਨੇ। ਨਾਨਕ ਤਨ ਕੈ ਸਦ ਕੁਰਬਾਨ। ਸਤਿਗੁਰੂ ਸਾਹਿਬ ਦੀ ਕਦਰ ਕਰਦੇ ਕਿ ਅਸੀਂ ਤਿੰਨਾਂ ਸੰਤ ਜਨਾਂ ਦੇ ਉੱਪਰੋਂ ਹਮੇਸ਼ਾ ਕੁਰਬਾਨ ਬੜੇ ਹਾਰ ਜਾਂਦੇ ਹਾਂ। ਹਉ ਕੁਰਬਾਨ ਜਾਓ ਮਿਹਰਬਾਨ, ਹਉ ਕੁਰਬਾਨ ਜਾਓ, ਹਉ ਕੁਰਬਾਨ ਜਾਓ ਤਿਨਾਂ ਕੈ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾਂ ਕੈ ਹਉ ਸਤ ਕੁਰਬਾਨ ਜਾਓ। ਭੈਰੋ ਮਹੱਲਾ ਪੰਜਵਾ। ਭੈਰੋ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ ਨੇ। ਪੰਚ ਮਜਮੀ ਜੋ ਪੰਚ ਨ ਰਾਖੈ। ਇਹ ਭਾਈ ਜਿਹੜਾ ਮਨੁੱਖ ਪੰਜ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਵਿਕਾਰਾਂ ਨੂੰ ਰੋਕ ਕੇ ਨਾ ਰੱਖੈ, ਨਹੀਂ ਰੱਖਦਾ, ਉਹ ਪੰਜ ਮਜਮੀ ਪੰਜ ਪੀਰੀਆਂ ਜਾਂ ਪੰਜ ਕਾਮਾਂ ਵਿਕਾਰਾਂ ਦੀ ਸਾਖਸ਼ਾਤ ਸ਼ਕਲ ਹੈ, ਜਾਂ ਕਿਸੇ ਇੱਕ ਦੀਨ ਦਾ ਨਹੀਂ ਬਲਕਿ ਪੰਜਾਂ ਭਾਵ ਅਨੇਕਾਂ ਦਾ ਵਾਸ਼ਕ ਪਖੰਡੀ ਹੈ। ਇਸੇ ਪ੍ਰਕਾਰ ਪੰਚ ਮਜਮੀ ਜੋ ਪੰਚ ਨ ਰਾਖੈ। ਉਹ ਪੰਚਮ ਵਿਸ਼ਵਾ ਤੋਂ ਜਮੀ ਉਤਪਤ ਹੋਇਆ ਹਰਾਮੀ ਮਨੁੱਖ ਸਮਝਣਾ ਚਾਹੀਦਾ, ਜੋ ਪੰਜੇ ਕਾਮਾਤਿਕ ਵਿਕਾਰਾਂ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖਦਾ ਹੈ ਤੇ ਨਿਤਾ ਪ੍ਰਤੀ ਉੱਠ ਕਰਕੇ ਨਿਤਿਆ ਰਸਨਾ ਨਿਤਿ ਉਠ ਭਾਖੈ। ਆਪਣੀ ਜ਼ੁਬਾਨ ਦੇ ਨਾਲ ਝੂਠ ਹੀ ਬੋਲਦਾ ਰਹਿੰਦਾ ਹੈ। ਇੱਕ ਤਾਂ ਹੈ ਕੋਈ ਮਤਲਬ ਹੈ, ਕੋਈ ਖਾਸ ਕੰਮ ਹੈ ਜਿਹੜਾ ਝੂਠ ਬੋਲਣ ਤੋਂ ਬਗੈਰ ਸਰਦਾ ਹੀ ਨਹੀਂ, ਉੱਥੇ ਤਾਂ ਬੜਾ ਮਾੜਾ ਮੋਟਾ ਖੋਲਾ ਸਾਰੇ ਰੱਖਦੇ ਨੇ। ਪਰ ਜਿਹੜਾ ਬੇਵਜ੍ਹਾ ਹੀ ਬਿਨਾਂ ਮਤਲਬ ਤੋਂ ਹੀ ਝੂਠ ਬੋਲੀ ਜਾਣਾ ਇਹ ਬੜਾ ਮਾੜਾ ਹੈ। ਤੇ ਇਹੀ ਨਿਤ ਨੇ ਬਣਾ ਲੈਣਾ ਕਿ ਝੂਠ ਤੋਂ ਬਗੈਰ ਸੋ ਸੱਚ ਬੋਲਣਾ ਹੀ ਨਹੀਂ। ਜੋ ਨਿਤਾ ਪ੍ਰਤੀ ਉੱਠ ਕੇ ਝੂਠ ਹੀ ਝੂਠ ਬੋਲਦਾ ਹੈ। ਚੱਕਰ ਬਣਾਏ ਕਰ ਪਾਖੰਡ। ਮੁੱਖ ਝੂਠ ਬੇਭੂਖਣ ਸਾਰ ਉਹਨੇ ਆਪਦੇ ਗਲ ਦਾ ਗਹਿਣਾ ਝੂਠ ਨੂੰ ਬਣਾਇਆ ਹੋਇਆ। ਜੋ ਚੰਦਨ ਦੇ ਨਾਲ ਬਾਹਾਂ ਆਦਿਕ ਸਰੀਰ ਦੇ ਅੰਗਾਂ ਉੱਪਰ ਚੱਕਰ ਬਣਾ ਕੇ ਅਨੇਕ ਤਰ੍ਹਾਂ ਦੇ ਦਿਖਾਵੇ ਕਰਦਾ ਹੈ, ਜਾਂ ਗਣੇਸ਼ ਚੱਕਰ ਬਣਾ ਕੇ ਪਖੰਡ ਕਰਦਾ ਹੈ। ਭਾਵ ਇੱਕ ਗੋਲ ਜਿਹਾ ਦਾਇਰਾ ਬਣਾ ਕੇ ਉਸ ਵਿੱਚ ਵੱਖ-ਵੱਖ ਖਾਨੇ ਬਣਾ ਦਿੰਦਾ। ਇਹ ਖਾਨਿਆਂ ਵਿੱਚ ਇਸ਼ਟ ਦੇਵਤਿਆਂ ਦੀਆਂ ਮੂਰਤਾਂ ਰੱਖ ਕੇ ਲੋਕਾਂ ਨੂੰ ਕਹਿੰਦਾ ਕਿ ਮੈਂ ਭਗਵਾਨ ਦੀ ਪੂਜਾ ਕਰਦਾ। ਕਿਉਂ? ਝੂਠ ਬੋਲ ਕੇ ਰੋਟੀ ਖਾਂਦਾ, ਪਖੰਡ ਕਰਦਾ ਹੈ। ਚੋਰ ਚੋਰ ਪਚੈ ਜੈਸੇ ਤ੍ਰਿਅਰੰਡ। ਉਹ ਪਖੰਡੀ ਇੰਜ ਚੁਰ ਚੁਰ ਕੇ ਮਰਦਾ ਸੜਦਾ ਰਹਿੰਦਾ, ਜਿਵੇਂ ਰੰਡ ਵੇਸਵਾ ਇਸਤਰੀ ਕਾਮ ਦੀ ਇੱਛਾ ਪੂਰੀ ਹੋਈ ਤੋਂ ਬਿਨਾਂ ਝੋਲਦੀ ਰਹਿੰਦੀ ਹੈ। ਜਿਵੇਂ ਰੰਡ ਵਿਧਵਾ ਇਸਤਰੀ ਆਪਣੇ ਪਤੀ ਦੇ ਸੁੱਖ ਤੋਂ ਵਾਂਝੀ ਰਹਿੰਦੀ ਹੈ। ਕਿਉਂ? ਪਖੰਡੀ ਆਤਮਾ ਆਨੰਦ ਦੀ ਪ੍ਰਾਪਤੀ ਤੋਂ ਬਿਨਾਂ ਨਾ ਪੇਕਿਆਂ ਦਾ, ਨਾ ਸਹੁਰਿਆਂ ਦਾ, ਨਾ ਸੰਸਾਰ ਦਾ, ਨਾ ਪਰਲੋਕ ਦਾ, ਝੋਰਿਆਂ ਵਿੱਚ ਝੋਰ ਝੋਰ ਕੇ ਅੰਦਰੋਂ ਸੜਦਾ ਰਹਿੰਦਾ ਹੈ। ਹਰ ਕੇ ਨਾਮ ਬਿਨਾ ਸਭ ਝੂਠਾ। ਝੂਠ ਦਾ ਕੀ ਮਤਲਬ ਤੁਸੀਂ ਸਮਝਿਆ ਹੈ? ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸੱਚ ਕੀ ਹੈ? ਸਤਨਾਮ। ਸਤਨਾਮ ਕੀ ਹੈ? ਵਾਹਿਗੁਰੂ। ਇੱਕੋ ਹੀ ਸੱਚ ਹੈ, ਬਾਕੀ ਸਭ ਝੂਠ ਹੈ। ਸ਼ਲੋਕ ਮਹਲਾ ਪਹਿਲਾ। ਕੂੜ ਰਾਜਾ ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ ਕੂੜ ਮਾਰੀ, ਕੂੜ ਬੈਸਨਹਾਰ, ਕੂੜ ਸੋਇਨਾ ਕੂੜ ਰੂਪਾ, ਕੂੜ ਪਹਿਨਣਹਾਰ, ਕੂੜ ਕਾਇਆ ਕੂੜ ਕਪੜ, ਸੋ ਖੱਪ ਹੋਏ ਖਾਰ, ਕੂੜ ਮੀਆਂ ਕੂੜ ਬੀਬੀ, ਕੂੜ ਡੋਬੇ ਕੂੜ। ਜਿਹੜਾ ਕੂੜ ਹੈ ਇਹ ਕੂੜਾਂ ਦੇ ਪੂਰ ਡੋਬ ਰਿਹਾ ਹੈ। ਨਾਨਕ ਵਖਾਣੇ ਬੇਨਤੀ ਤੁਧ ਬਾਅਦ ਕੂੜੋ ਕੂੜ।
ये महाराज एक वाहिगुरु तेतों बगैर, तेरे नाम तो बगैर सब झूठ ही झूठ है। झूठा मंगल जे कोई मांगे, इसको मरते घड़ी ना लगे। ते पार ब्रह्म जो सद ही सेवै, सो गुर मिल निश्चल कहना, मारो सोल ही मानदा पहला। तो इसलिए जिहड़ा उठदियां सारी झूठ की है, मोबाइल फड़ के बह जाना, निंदिया चुगली है उहदे ते कुछ भी नहीं। मैं आपदे मतलब का झूठ बोली जाना, दूजिया ने दूजे का जो सानू मतलब है उस हिसाब नाल। ते उठदियां सार ना कोई नहाउणा ना धोना ना कोई नितनेम दा गुरगुर साहिब दा छड्ड ही दित्ता आपां ने। इत्थों तक भी कई सहज पाठ भी मोबाइल तो ही करन लग पे। गुरगुर साहिब सोहणे बड़े अलमारियां सत्कार नाल रखे हुए ने, इत्थे भी लोग मोबाइल लैके बैठे होंदे ने। 100 बार सोचीदा कि आखिए कि रहन दी कोई गाड़ी ना पै जाए, दुनिया एडवांस है। तो इस वास्ते गुरुद्वारे तो आके गुरका पढ़ो भाई, इतने तो आप वेले बैठे हाँ, कितने काम करते या कितने बस च या राह खड़े, कितने साड़ी मजबूरी है जिथे आप गुरका प्रकाश नहीं कर सकते, पैरी जुत्ती पाई है या रोड़ा रप्पा है, बहुते लोग ने उत्थे तो बड़ा इस ऐसे साधन लाभ लैन लिए लाभ लै सकते हैं। गुरुद्वारे तो आके गुरके साहिब तो ਆਪਾਂ ਨੂੰ ਨਿਤਨੇਮ ਕਰਨਾ ਚਾਹੀਦਾ। ਅਖਬਾਰ 'ਚ ਕੀ ਲਿਖਿਆ ਹੁੰਦਾ? ਝੂਠ। ਉੜਦਿਆਂ ਸਾਰੀ ਚਾਹ ਦਾ ਪਿਆਲਾ, ਨਾ ਕੋਈ ਬੁਰਸ਼, ਨਾ ਕੋਈ ਦਾਤਰ, ਨਾ ਕੋਈ ਬਾਥਰੂਮ, ਨਾ ਗੱਲ ਨਾ ਬਾਤ, ਤੇ ਮੂੰਹ ਨੂੰ ਚਾਹ ਦਾ ਪਿਆਲਾ ਤੇ ਅੱਖਾਂ ਦੀ ਅੱਗੇ ਅਖਬਾਰ। ਝੂਠੀ ਤਾਂ ਹੈ। ਉੜਦਿਆਂ ਸਾਰੀ ਝੂਠ ਬੋਲਣ ਲੱਗ ਪੈਣਾ। मतलब परमात्मा के नाम तो बगैर, नितनेम तो बगैर सब झूठ है। जे नितनेम कर लिया तो फिर काम करना कोई हर्ज नहीं। किरत करो, नाम जपो, वंड छको, काम की गल का कोई हर्ज नहीं है। तो इस वास्ते असल दे विच मंगना तो सच एक जिस उस देव है, सच्चा तो एक वाहिगुरू का नाम ही है। कहन जिन्नियां मर्जी गल्लां बनाई जाइए, बाकी तो सब झूठ ही है। उदों पता लगेगा जदों चले जवारी दोए हथ चार, हथ झाड़ के सब कुछ शरीर भी इत्थे ही डिग पएगा। ये भी झूठ ही है। ये भी नाल नहीं उठ के कदम नहीं चलेगा। फड़ फड़ के उन्होंने मोढियां ते चुक के बुलाऊंगी स्टेशन पहुंचाउणगे। इन्हें भी 4 कदम आप चल के चला जाए, बिल्कुल नहीं। तो इसलिए सच की है, महाराज का नाम है। सो जिहड़ा हरि के नाम तो बगैर कुछ भी बोलना का बोलना है, ये दिखावे दे काम सब झूठे ने। प्रभु का सिमरन सब ते ऊंचा, प्रभु का सिमरन उधरे ऊंचा। बिन गुर पूरे मुक्त न पाइया। ये भाई पूर्ण गुरु साहब जी की शरण तो बिना मुक्ति नहीं पा सकी है। साच दरगह साकत मूठा। परमात्मा की सच्ची दरगाह की प्राप्ति वालों जो कठोर चित्त वाले मनुख उन्होंने 5 विकारां ने लुट लेना कीता है। इस देही अंदर 5 चोर वसै है, काम, क्रोध, लोभ, मोह, अहंकार। अमृत लुटा है, मनमुख नहीं बुझ है, कोई ना सुने पुकार। सच्ची दरगाह च जाण तो पहला ही साबित पुरखां दे कर्मां धर्मां नूं जमां ने लुट लेना कीता है। वो रस्ते दे विच पानी दे घुट बदले कहंदे फलाना पुन्न देव दा फल तैनूं शामी तां खिलावांगे जिस तूं सानूं आह पुन्न देवेंगा। इस तरह वो जिहड़े जम जगातीए ने कर्म धर्म पाखंड जो दिशा है, 3 जम जगाती लुट वो लुट लेंदे ने। निर्वाण कीर्तन गावो करते का, निमक सिमरत जित छूटे। रहाओ विश्राम देकर फरमान करते ने। सोई को झील कुदरत नहीं जाना। कोई अपवित्र मनुख है जो परमात्मा की शक्ति को नहीं जानता, कुदरती परमात्मा को नहीं जानता। शक्ति की है गुरु की बाणी, तेनों समझदा नहीं है।
अंतःकरण की शुद्धि रूप पोचा लाउण तो बिना परमात्मा सोच पवित्रता नूं नहीं मनदा। इस प्रकार लीपे अथाए ना सुझ हर मन। ਜਿਹੜੇ ਗੋਰੇ ਨਹੀਂ ਜਾਂ ਚਾਈਨੀਜ਼ ਲੋਕ ਨੇ ਮੈਂ ਵੇਖਿਆ ਨਾ ਤਾਂ ਨਹਾਉਂਦੇ ਨੇ, ਜੇ ਨਹਾਉਣਗੇ ਤੇ ਵਰੇ ਸ਼ਮਾਈ ਰਾਤ ਨੂੰ ਹੀ ਨਹਾਉਂਦੇ ਨੇ। ਸਵੇਰੇ ਅਗੇ ਜੀ ਠੰਡ ਲੱਗ ਜੂਗੀ, ਪੈਡਾਂ 'ਚ ਠੰਡ ਬੈਠ ਜਾਊਗੀ, ਕੋਈ ਅੰਗ ਫਰੀਜ ਹੋ ਜਾਊਗਾ, ਇੰਨੇ ਡਰਦੇ। ਚਾਈਨੀਜ਼ ਲੋਕ ਤਾਂ ਜਾਣ ਕੇ ਕੱਪੜੇ ਵੀ ਨਹੀਂ ਧੋਂਦੇ, ਗੰਦੇ ਉੱਥੇ ਹੁੰਦੇ ਹੀ ਨਹੀਂ। ਜਦੋਂ ਵੇਖਿਆ ਵੀ ਇਹ ਹੁਣ ਪਾਉਣ ਯੋਗ ਨਹੀਂ ਰਹੇ, ਉਹਨਾਂ ਨੂੰ ਸੁੱਟ ਹੀ ਦੇਣਾ, ਡਸਟਬਿਨ ਕਰ ਦੇਣਾ, ਧੋਣਾ ਧਾਣਾ ਨਹੀਂ, ਨਾ ਕੱਪੜੇ ਧੋਣੇ ਤੇ ਨਾ ਨਹਾਉਣਾ। ਵੇਖਣ ਨੂੰ ਬੁਰੇ ਛੱਡੇ, ਸੈਂਡ ਪਾਊਡਰ ਕਰੀਮਾਂ ਲਾਈ ਜਾਓ, ਇਹ ਕੋਈ ਸਵੱਛ ਪਵਿੱਤਰਤਾ ਥੋੜ੍ਹਾ। ਤੋ ਇਸ ਤਰ੍ਹਾਂ ਜੇ ਕੋਈ ਗੁਰੂ ਘਰ ਦੇ ਵਿੱਚ ਆ ਕੇ ਕਥਾ ਕੀਰਤਨ ਸਰਵਣ ਕਰਨ ਪਾਪ ਦੇ ਮਨ ਦਾ ਇਸ਼ਨਾਨ ਨਹੀਂ ਕਰਾਉਂਦਾ, ਉਹ ਵੀ ਅਪਵਿੱਤਰ ਹੀ ਹੈ। ਜਿਵੇਂ ਬਾਹਰੋਂ ਨਹਾਉਣ ਧੋਣ ਦੇ ਨਾਲ ਸਵੱਛ ਪਵਿੱਤਰਤਾ ਮੰਨੀ ਜਾਂਦੀ ਹੈ, ਜੇ ਕੋਈ ਨਾ ਆਵੇ ਆਪਾਂ ਕਹਿੰਦੇ ਪਰੇ ਹੋ ਕੇ ਬਹਿ, ਤੇਰੇ ਕੋਲ ਤਾਂ ਬਦਬੂ ਆ ਰਹੀ ਹੈ, ਉਹਨੂੰ ਮਾੜਾ ਕਹਿੰਦੇ ਆ। ਕਿਉਂ? ਜਿਹੜਾ ਅੰਤਰੀਮ ਇਸ਼ਨਾਨ ਸੰਗਤ ਵਿੱਚ ਬੈਠ ਕੇ ਨਹੀਂ ਕਰਦਾ। ਬਹੁਤ ਪਲੀਤੀ ਕੱਪੜ ਹੋ ਗਏ ਦੇਸ਼ ਦਾ ਪੁੰਨ ਲਈਆ ਉਹ ਧੋਏ, ਭਰੀਆ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਮੈਂ ਕਰਾਂ। ਮੇਰੇ ਖਿਆਲ ਮੁਤਾਬਕ ਨਹਾਉਣ ਦਾ ਫਾਇਦਾ ਤਾਂ ਹੈ ਜੇ ਘੱਟ ਤੋਂ ਘੱਟ ਵੀ 15 ਮਿੰਟਾਂ ਦਾ ਜਪਜੀ ਸਾਹਿਬ ਪੜ੍ਹਿਆ ਜਾਏ। ਜੇ ਜਪਜੀ ਸਾਹਿਬ ਨਹੀਂ ਕੀਤਾ, ਸਮਝ ਲਓ ਕਿ ਹਾਥੀ ਇਸ਼ਨਾਨ ਹੋ ਗਿਆ ਤੇ ਉਹ ਨਹਾ ਕੇ ਜੋ ਪੰਚਰ ਇਸ਼ਨਾਨ ਫਿਰ ਚਕਰਾਵ ਦੇ ਉੱਪਰ ਪਾ ਲੈਂਦਾ ਹੈ। ਇਸ ਲਈ ਪਾਣੀ ਦਾ ਇਸ਼ਨਾਨ ਅਸਲ ਇਸ਼ਨਾਨ ਹੈ ਤੇ ਇਸ਼ਨਾਨ ਦਾ ਲਾਭ ਵੀ ਤਾਂ ਹੀ ਹੈ। ਤਿਆਰ ਹੋ ਕੇ ਜੇ ਗੁਰਦੁਆਰੇ ਮੱਥਾ ਨਹੀਂ ਟੇਕਿਆ, ਕੋਈ ਟਾਈ ਸ਼ਾਈ ਪੱਟੀ ਲਾਉਣ ਦਾ ਵੀ ਫਾਇਦਾ ਹੋਇਆ। ਸੋਹਣੇ ਬੜੇ ਕੱਪੜੇ ਧੋਤੇ ਬੜੇ ਪਾ ਕੇ ਪ੍ਰੈਸ ਪ੍ਰੈਸ ਕਰਕੇ ਆ ਕੇ ਮਹਾਰਾਜ ਨੂੰ ਤਾਂ ਮਿਲੋ ਭਾਈ, ਅਜੇ ਤਾਂ ਬੁਲਾਓ ਗੁਰੂ ਸਾਹਿਬ ਨੂੰ, ਸੰਗਤ ਦੇ ਦਰਸ਼ਨ ਤਾਂ ਕਰੋ। ਇਹ ਤਾਂ ਤਿਆਰ ਹੋਣ ਦਾ ਫਾਇਦਾ। ਤੇ ਜਿਹੜਾ ਉਹੀ ਆਪਣੇ ਆਪ 'ਚ ਮਾਣ ਦੇ ਵਿੱਚ ਤੁਰੇ ਫਿਰਨਾ, ਮੇਰੇ ਖਿਆਲ ਮੁਤਾਬਕ ਤਾਂ ਇਹ ਕੋਈ ਲਾਭ ਨਹੀਂ ਹੈ। ਜਿੰਨਾ ਚਿਰ ਕੋਈ ਜੀਵ ਆਪਣੇ ਹਿਰਦੇ ਰੂਪ ਥਾਂ ਅੰਦਰ ਵੈਰਾਗ ਨਹੀਂ ਧਾਰਦਾ, ਵਿਵੇਕ ਅਤੇ ਗੁਣਾਂ ਰੂਪੀ ਪੋਚਾ ਨਹੀਂ ਦਿੰਦਾ, ਉਹਨਾਂ ਚਿਰ ਪਰਮਾਤਮਾ ਅੰਤःਕਰਨ ਦੀ ਸੂਚਮਤਾ ਨੂੰ ਨਹੀਂ ਮੰਨਦਾ ਹੈ। ਅੰਤਰ ਮੈਲਾ ਬਾਹਰ ਨਿਤ ਧੋਵੈ। ਸਾਖਤ ਪੁਰਖ ਅੰਦਰੋਂ ਤਾਂ ਪਾਪਾਂ ਤੇ ਵਿਕਾਰਾਂ ਦੀ ਗੰਦਗੀ ਕਰਕੇ ਮੈਲਾ ਹੋਇਆ ਪਿਆ ਤੇ ਬਾਹਰੋਂ ਨਿਤਾ ਪ੍ਰਤੀ ਸਰੀਰ ਨੂੰ ਧੋਣਾ ਕਰਦਾ ਹੈ। ਆਹ ਲੋਕ ਮਾਸਕ ਲਾਉਂਦੇ ਨੇ, ਬੰਦਾ ਪੁੱਛੇ ਮੁੱਛਾਂ ਦਾ ਬਣਾਤੀ, ਦਾੜੀ ਦਾ ਬਣਾਤੀ ਤੇ ਮਾਸਕ ਕੀ ਆਖੂਗਾ, ਰਵਾਟੇ ਦਾ ਬਣਾਤੇ। ਰੱਬ ਦਾ ਮਾਸਕ ਤਾਂ ਕੱਟ ਕੇ ਨਾਈ ਨੂੰ ਦੇਤਾ, ਡੁਪਲੀਕੇਟ ਮਾਸਕ ਤੁਹਾਡਾ ਕੀ ਬਿਮਾਰੀ ਤੋਂ ਬਚਾ ਕਰੂਗਾ ਉਹ ਦੱਸੋ। ਕੁਦਰਤੀ ਰੱਬ ਨੇ ਨੱਕ 'ਚ ਮਾਸਕ ਤਾਂ ਲਾਇਆ, ਛੋਟੇ ਛੋਟੇ ਰੋਮ ਨਹੀਂ ਹੈ, ਇਹ ਮਾਸਕ ਹੀ ਤਾਂ ਹੈ। ਅੱਖਾਂ ਦੇ ਝੰਗੜੀਆਂ ਨੇ, ਮਾਸਕ ਹੀ ਤਾਂ ਹੈ। तो इस वास्ते सैनिटाइजर तो दुनिया करूगी, पर जे कहो कि हाथ धो के मारी की हजूरी जाना या मुँह से कपड़ा रखना, वो कहते कर्म कर समझो। ये तो सोचा सोचना होगी जे सोची लख बार। तो इस प्रकार बाहरों साफ सफाई का फायदा तो है जे मन भी मर्यादा के विच रहे। पातशाह जी कथन करते हैं अंदर तो पापां ते विकारां दी गंदगी करके मैला होया पिया ते निता प्रति शरीर नूं बाहरों मास्क ला के ढक के रखदा, सैनिटाइजर करदा, बाहरों धोना करदा है, अंदर दी मैल छड्डी नहीं है। सो अंतर मैल जे तीर्थ होवे, क्यों भगतां ने वचन कीता है नित नित मेट बनावे। ते जिहड़ा डड्डू है वो निता प्रति नहाउंदा है, पर ਉਹਦੀ ਮੈਲ ਵੇਖੋ ਉਤਰਦੀ ਨਹੀਂ ਹੈ। ਕਿਉਂ? ਨਿਰਾ ਨਹਾਉਣ ਧੋਣ ਦੇ ਨਾਲ, ਸਫਾਈ ਰੱਖਣ ਦੇ ਨਾਲ ਬੰਦਾ ਸਾਫ਼ ਨਹੀਂ ਹੋ ਸਕਦਾ। ਸਾਚੀ ਦਰਗਾਹ ਆਪਣੀ ਪਤ ਖੋਵੈ। ਉਹ ਪਰਮਾਤਮਾ ਦੀ ਸੱਚੀ ਦਰਗਾਹ 'ਚ ਆਪਦੀ ਇੱਜ਼ਤ ਗਵਾ ਬੈਠਦਾ ਹੈ। ਮਾਇਆ ਕਾਰਨ ਕਰੈ ਉਪਾਉ। ਸਾਖਤ ਪੁਰਖ ਮਾਇਆ ਦੀ ਪ੍ਰਾਪਤੀ ਵਾਸਤੇ ਤਾਂ ਬੇਅੰਤ ਯਤਨ ਕਰਦਾ। ਬੰਦਾ ਪੁੱਛੇ ਸੈਨੀਟਾਈਜ਼ਰ ਕੀ ਆਖੂਗਾ ਮਾਂ ਵਾਲਾ,
गंदे मंदे नोट तो फड़ फड़ बोरी च पाई जाते हैं, उन्होंने हथ उस तरह ही कपड़िया में लाई जाते। जिन्ना नोट गंदा पैसे गंदे, उन्नी चीज़ दुनिया कोई गंदी नहीं। तेनों सैनिटाइजर करके दिखाओ, दसो ना हथ लाओ, नोट भी तो फड़ोगे। तो इसलिए कितने भज जाओगे? पैसे वास्ते तो हरेक बंदा यत्न करता है। कब है न कल सीधा पाओ। सैनिटाइजर के विरुद्ध मैं ता बोल रहा भी कई ते मैं लिखिया अल्कोहल है। तो कई बार कई बेनती की भी आप अल्कोहल में पसंद नहीं करते, तो जी करोगे तो अंदर आ सको, बैंक आदि खाते भी हथ तो पहला बंद होंगे, धोन तो बगैर तो कितने लाई दे नहीं। तो इस वास्ते जरूरी भी शराब नाल ही शुद्ध होने हैं। इसलिए महाराज कहते कदे सत्संगत के सीधे रस्ते ते आपदा पैर नहीं पाउंदा, भगती सत ज्ञान के रस्ते पर कदे भी आपदे मन का संकल्प रूप पैर सीधा नहीं पाउना करदा। इनकी आदत चेतन आना, जिस वाहिगुरु ने सारा ही जगत पैदा किया उन्होंने आपके चित्त में लिया नहीं, मन का सैनिटाइज किया ही नहीं। जिन्हें पैदा किया वह नाम ही नहीं चेते करता। कूड़ी कूड़ी मुखो बखान, माया वास्ते झूठिया झूठिया कहानियां आपके मुंह घड़ घड़ बोली जाता है। झूठी झूठी मुंह रब का नाम कहना करता है। जिसनु कर्म करे करतार, जिस मनुख को परमात्मा अपनी कृपा करता है। साध संग होए तिस व्यवहार, जिस मनुख का श्रेष्ठ महात्मा जिन्हां दी संगत द्वारा नाम के जपन जपाउन रूप व्यवहार व्यापार बन जाता है। हार नाम भगत स्यों लागा रंग, इसलिए सब झूठ है ते सब पखंड है, सब फजूल दी बातां। जिस मनुख का हरि परमात्मा के नाम अते भगती नाल प्रेम लगा होया, यही सच है। आहु नानक तिस जन नहीं भंग, सतगुरु महाराज कथन करते कि तिस पुरख नूं कोई भी विघन नहीं पैंदा, भाव कोई डर नहीं रहिंदा है। इत्थे शब्द संपूर्ण होया है जी। और जो क्षमा करो, अगे दोष मत बख्शो। हर नाम भगत स्यों लागा